बोले सोने हाल सास भी अकाल। ਦਿਲ ਦਿਆਂ ਦਰਵਾਜ਼ਿਆਂ ਨੂੰ ਕੌਣ ਖੜਕਾ ਰਿਹਾ ਹੈ? ਸ਼ਾਇਦ ਕੋਈ ਆ ਰਿਹਾ ਹੈ। ਦਿਲ ਦਿਆਂ ਦਰਵਾਜ਼ਿਆਂ ਨੂੰ ਕੌਣ ਖੜਕਾ ਰਿਹਾ ਹੈ? ਸ਼ਾਇਦ ਕੋਈ ਆ ਰਿਹਾ ਹੈ। ਕਾਂ ਕਿਉਂ ਬੋਲ ਰਿਹਾ ਹੈ? ਦਿਲ ਮੇਰਾ ਡੋਲ ਰਿਹਾ ਹੈ। ਖਿਆਲ ਕੋਈ ਫੋਲ ਰਿਹਾ ਹੈ। ਅੱਜ ਮੁੜ ਮੁੜ ਕੋਠੇ ਉੱਤੇ ਕਾਂ ਕਿਉਂ ਕੁਰਲਾ ਰਿਹਾ ਹੈ? ਸ਼ਾਇਦ ਕੋਈ ਆ ਰਿਹਾ ਹੈ। ਪੰਜਾਬੀ ਵਿਰਸਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਤੁਹਾਡੀ ਆਪਣੀ ਰੂਪ ਦਵਿੰਦਰ ਕੌਰ। ਔਰ ਸ਼ਾਇਦ ਕੋਈ ਆ ਰਿਹਾ ਹੈ। ਜੀ ਹਾਂ, ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਆਉਂਦਾ ਹੈ। ਕੋਈ ਇਨਸਾਨ ਦੂਰੋਂ ਆਉਂਦਾ ਹੈ, ਕੋਈ ਨੇੜਿਓਂ ਆਉਂਦਾ ਹੈ, ਕੋਈ ਪੰਜਾਬੋਂ ਆਉਂਦਾ ਹੈ ਤੇ ਕੋਈ ਯੂਕੇ ਤੋਂ ਆਉਂਦਾ ਹੈ, ਕੋਈ ਯੂਰਪ ਤੋਂ ਆਉਂਦਾ ਹੈ। ਪਰ ਅੱਜ ਜਿਹੜੇ ਸਾਡੇ ਗੈਸਟ ਹੋਣੇ ਨੇ ਇਹ ਬਹੁਤ ਦੂਰ ਤੋਂ ਆ ਰਹੇ ਨੇ, USA ਤੋਂ ਆ ਰਹੇ ਨੇ। ਤੇ ਆਓ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਉਸ ਗੈਸਟ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਵਾਂ, ਮੈਂ ਉਹਨਾਂ ਦੀ ਬੁੱਕ ਜਿਹੜੀ ਆ ਉਹ ਤੁਹਾਨੂੰ ਦਿਖਾਉਣਾ ਚਾਹਾਂਗੀ। ਇਹ ਕਿਤਾਬ ਉਹਨਾਂ ਨੇ ਮੈਨੂੰ USA ਤੋਂ ਭੇਜੀ ਸੀਗੀ। ਤੇ ਜਿਨ੍ਹਾਂ ਨੂੰ ਤੇ ਸ਼ਾਇਰੀ ਦਾ ਪਤਾ ਹੈ, ਜੋ ਲੋਕ ਇਸ ਫੀਲਡ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਤੇ ਪਤਾ ਲੱਗ ਗਿਆ ਕਿ ਕਿਹੜੇ ਗੈਸਟ ਹੋਣਗੇ। ਇਹਨਾਂ ਦੀਆਂ 2-4 ਲਾਈਨਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੀ ਤੇ ਫਿਰ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਜੀ ਆਇਆਂ ਆਖਾਂਗੇ। ਕਹਿੰਦੇ ਨੇ ਕਿ ਰੇਤ ਦੇ ਇੱਕ ਸ਼ਹਿਰ ਅੰਦਰ ਘਰ ਬਣਾਉਣਾ ਲੋਚਦਾ, ਰੇਤ ਦੇ ਇੱਕ ਸ਼ਹਿਰ ਅੰਦਰ ਘਰ ਬਣਾਉਣਾ ਲੋਚਦਾ, ਜਿਸਮ ਦੇ ਉਹ ਆਪਣੇ ਕੰਕਰ ਸਜਾਉਣਾ ਲੋਚਦਾ। ਇਸ਼ਕ ਦੀ ਮੁਨਿਆਦ ਕਿੰਨੀ ਤੇ ਕੀ ਇਸ ਦਾ ਫਲਸਫਾ, ਖਾਕ ਖੁਦ ਪਰ ਬੂੰਦ ਤੋਂ ਸਾਗਰ ਬਣਾਉਣਾ ਲੋਚਦਾ, ਖਾਕ ਖੁਦ ਪਰ ਬੂੰਦ ਤੋਂ ਸਾਗਰ ਬਣਾਉਣਾ ਲੋਚਦਾ। ਇਹ ਹਨ ਜੀ ਰਾਜ ਲਾਲੀ ਬਟਾਲਾ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਟੂਡੀਓ ਦੇ ਵਿੱਚ। ਜੀ ਆਇਆਂ ਨੂੰ। Thank you so much, ਰੂਪਦਿੰਦਰ ਜੀ, and thank you to the Akash channel ਪੰਜਾਬੀ ਵਿਰਸਾ ਪ੍ਰੋਗਰਾਮ। ਔਰ ਬੜੀ ਖੁਸ਼ੀ ਹੋ ਰਹੀ ਹੈ ਕਿ ਜਦੋਂ ਤੁਸੀਂ ਇੱਕ ਸਾਰਥੀ ਕੰਮ ਕਰਦੇ ਜੇ ਹਮੇਸ਼ਾ, ਤੇ ਕੁਛ ਨਾ ਕੁਛ ਤੁਹਾਡਾ ਉਪਰਾਲਾ ਰਹਿੰਦਾ ਪੰਜਾਬੀ ਵਾਸਤੇ ਕੁਛ ਨਾ ਕਰਨ ਵਾਸਤੇ। ਸੋ ਮੇਰਾ ਤਹਿ ਦਿਲੋਂ ਸਵਾਗਤ ਸਾਰੇ ਦਰਸ਼ਕਾਂ ਦਾ ਔਰ ਅਕਾਸ਼ ਚੈਨਲ ਦਾ। ਥੈਂਕ ਯੂ ਸੋ ਮਚ। ਬਹੁਤ ਹੀ ਅੱਛਾ ਲੱਗ ਰਿਹਾ ਹੈ ਰਾਜ ਲਾਲੀ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਬੁਲਾ ਕੇ। ਵੈਸੇ ਮੈਨੂੰ ਇਹ ਤੁਸੀਂ ਦੱਸੋ ਤੁਹਾਡੇ 2 ਨਾਮ ਕਿਉਂ ਨੇ? ਨਹੀਂ, ਅਸਲ ਵਿੱਚ ਜੋ ਮੇਰਾ ਨਾਮ ਤਾਂ ਹੈ ਰਾਜੇਸ਼ ਸੀ, ਪਰ ਉਹ ਰਾਜੇਸ਼ ਤੋਂ ਰਾਜ ਹੋ ਗਿਆ, ਤੇ ਪਰ ਘਰ ਦਾ ਨਾਮ ਲਾਲੀ ਸੀਗਾ, ਪਿੰਡ ਦਾ ਨਾਮ। ਜਾਨੀ ਹੁਣ ਤੁਸੀਂ ਸਾਰਿਆਂ ਨੂੰ ਥੋੜਾ ਕਨਫਿਊਜ਼ ਕਰ ਦਿੰਦੇ ਹੋ ਕਿ ਤੁਹਾਨੂੰ ਰਾਜ ਕਹਿ ਕੇ ਬੁਲਾਇਆ ਜਾਵੇ, ਲਾਲੀ ਕਹਿ ਕੇ ਬੁਲਾਇਆ ਜਾਵੇ। ਤੁਸੀਂ ਕੀ ਮਤਲਬ ਚਾਹੁੰਦੇ ਹੋ? ਤੁਹਾਨੂੰ ਕਿਸ ਨਾਮ ਦੇ ਨਾਲ ਮੁਖਾਤਬ ਹੋਈਏ ਅਸੀਂ? ਮੇਰੇ ਖਿਆਲ ਨਾਲ ਜਦੋਂ ਅਸੀਂ ਪਿੰਡਾਂ 'ਚ ਛੋਟੇ ਹੁੰਦੇ, ਜਦੋਂ ਆਪਾਂ ਵੱਡੇ ਹੁੰਦੇ ਛੋਟੇ ਹੁੰਦੇ ਆਪਣਾ ਬਚਪਨ 'ਚ, ਤੇ ਜਦੋਂ ਘਰ ਦੇ ਬੁਲਾਉਂਦੇ ਨੇ ਤੁਹਾਡੇ ਯਾਰ ਦੋਸਤ ਪਾਉਂਦੇ ਨਾਮ ਲਾਲੀ ਹਨਾ, ਤੇ ਉਸ ਨਾਮ ਨਾਲ ਤੁਹਾਨੂੰ ਖਾਸ ਲਗਾਵ ਹੋ ਜਾਂਦਾ। ਤੇ ਜਦੋਂ ਕੋਈ ਲਾਲੀ ਬੁਲਾਉਂਦਾ ਲੱਗਦਾ ਜਿੱਦਾਂ ਕੋਈ ਆਪਣਾ ਬੁਲਾ ਰਿਹਾ, ਇਹ ਚੀਜ਼ ਹੁੰਦੀ ਹੈ। ਸੋ ਮੇਰੇ ਖਿਆਲ ਨਾਲ ਮੇਰੇ ਨਾਲ ਤੁਹਾਡੇ ਸਾਰਿਆਂ ਨਾਲ ਵਾਪਰਦਾ ਹੋਊਗਾ, ਜਿਹੜਾ ਤੁਹਾਡਾ ਨਿਕਨੇਮ ਹੁੰਦਾ ਕਰਦਾ ਉਹਦੇ ਨਾਲ ਖਾਸ ਪਿਆਰ ਹੋ ਜਾਂਦਾ। ਸੋ ਤਾਂ ਕਰਕੇ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ। ਔਰ ਮੈਂ ਇੱਥੇ ਥੋੜਾ ਜਿਹਾ ਤੁਹਾਡੀ ਇੰਟਰੋਡਕਸ਼ਨ ਹੋਰ ਸਾਡੇ ਦਰਸ਼ਕਾਂ ਨੂੰ ਦੇਣਾ ਚਾਹਾਂਗੀ। ਜਦੋਂ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਦੀ ਹੈ ਨਾ, ਤੇ ਉਦੋਂ ਅਸੀਂ ਅਲੱਗ-ਅਲੱਗ ਸ਼ਹਿਰਾਂ ਦੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ। ਕਹਿੰਦੇ ਨੇ ਕਿ ਜਿਹੜਾ ਜਲੰਧਰ ਹੈ ਉਹ ਖੇਡਾਂ ਦਾ ਸਮਾਨ ਬਣਾਉਣ ਵਾਸਤੇ ਬੜਾ ਮਸ਼ਹੂਰ ਹੈ। ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਉਹ ਗੁਰੂ ਦੀ ਨਗਰੀ ਹੈ। ਜਿਹੜਾ ਪਟਿਆਲਾ ਹੈ ਉੱਥੇ ਦੇ ਪਰਾਂਦੇ ਬੜੇ ਮਸ਼ਹੂਰ ਨੇ। ਤੇ ਜੇ ਲੁਧਿਆਣੇ ਦੀ ਕਰੀਏ ਗੱਲ, ਤੇ ਉੱਥੇ ਤੁਹਾਨੂੰ ਪਤਾ ਹੈ ਕਿ ਉਹ ਇੱਕ ਮਸ਼ੀਨਾਂ ਦਾ ਇੱਕ ਸ਼ਹਿਰ ਹੈਗਾ। ਤੇ ਜਿਹੜਾ ਸ਼ਹਿਰ ਬਟਾਲਾ ਹੈ, ਜਦੋਂ ਬਟਾਲੇ ਦਾ ਨਾਮ ਆਉਂਦਾ ਹੈ ਤੇ ਉਦੋਂ ਸ਼ਿਵ ਕੁਮਾਰ ਬਟਾਲਵੀ ਜਿਹੜਾ ਉਹ ਸਭ ਤੋਂ ਪਹਿਲਾਂ ਨਾਮ ਜ਼ਿਹਨ ਦੇ ਵਿੱਚ ਆਉਂਦਾ ਹੈ, ਤੇ ਇੱਕ ਤਸਵੀਰ ਸਾਡੇ ਦਿਲ ਦੇ ਵਿੱਚ ਆ ਜਾਂਦੀ ਹੈ। ਤੇ ਤੁਸੀਂ ਵੀ ਉਸ ਨਾਮ ਨੂੰ ਆਪਣੇ ਨਾਮ ਦੇ ਨਾਲ ਸ਼ਾਮਲ ਕੀਤਾ ਹੈ। ਔਰ ਜਿਹੜੀ ਜੇ ਸ਼ਾਇਰੀ ਦੀ ਗੱਲ ਕਰਾਂ ਤੇ ਤੁਸੀਂ ਵੀ ਕਿਤੇ ਸ਼ਿਵ ਕੁਮਾਰ ਬਟਾਲਵੀ ਤੋਂ ਘੱਟ ਨਹੀਂ ਹੈਗੇ। ਤੋਂ ਇਹ ਤੁਹਾਡੀ ਮੇਰਾ ਦਿਲ ਕਰਦਾ ਸੀ ਕਿ ਮੈਂ ਤੁਹਾਡੀ ਇੰਟਰੋਡਕਸ਼ਨ ਇਸ ਤਰੀਕੇ ਨਾਲ ਜ਼ਰੂਰ ਦੇਵਾਂ ਕਿ ਜਦੋਂ ਵੀ ਮੈਂ ਤੁਹਾਡੀ ਸ਼ਾਇਰੀ ਪੜ੍ਹਦੀ ਹਾਂ ਤਾਂ ਉਹਦੇ ਵਿੱਚ ਬੜੀ ਇੱਕ ਡੂੰਘਾਈ ਹੁੰਦੀ ਹੈ, ਉਹਦੇ ਵਿੱਚ ਇੱਕ ਬੜੀ ਪਤੇ ਦੀ ਗੱਲ ਹੁੰਦੀ ਹੈ। ਮਤਲਬ ਬਹੁਤ ਵਧੀਆ ਤੁਸੀਂ ਗਜ਼ਲਾਂ ਲਿਖਦੇ ਹੋ, ਉਹਦੇ ਵਾਸਤੇ ਤੁਹਾਨੂੰ ਮੈਂ ਮੁਬਾਰਕ ਵੀ ਦਿੰਦੀ ਹਾਂ। ਜੀ ਜੀ, ਨਹੀਂ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਔਰ ਕੋਈ ਸ਼ੱਕ ਨਹੀਂ ਇਹਦੇ 'ਚ ਕਿ ਸ਼ਿਵ, ਮੇਰੇ ਕੋਲ ਕਿਤਾਬ ਵੀ ਸਟੈਂਪ ਪਈ ਉਹਨਾਂ ਦੀ ਸ਼ਿਵ ਬਟਾਲਵੀ ਦੀ, ਹਰ ਵੇਲੇ ਮੇਰੇ ਕੋਲ ਹੀ ਹੁੰਦੀ ਹੈ। ਸਾਡੇ ਪੰਜਾਬ ਦਾ ਨਹੀਂ, ਸਾਡੇ ਸਾਹਿਤ ਦਾ ਇੱਕ ਮਾਣ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਸਾਨੂੰ ਮਾਣ ਹੈ ਕਿ ਉਸ ਬਟਾਲੇ ਨੂੰ ਬਿਲੋਂਗ ਕਰਦੇ ਨੇ ਜੀ। ਤੇ ਸ਼ਿਵ ਬਟਾਲਵੀ ਉਹਨਾਂ ਦਾ ਇੱਕ ਕਮਾਲ ਦਾ ਰੁਤਬਾ ਰਿਹਾ ਆ ਪੰਜਾਬੀ ਸਾਹਿਤ 'ਚ, ਔਰ ਹਮੇਸ਼ਾ ਰਹੇਗਾ।
ਜੀ 50 ਸਾਲਾਂ ਬਾਅਦ ਹੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਤੇ ਕੁਝ ਸ਼ਾਇਰੀ 'ਚ ਕੁਝ ਹੈ ਸੀ ਜੋ ਕਰ ਰਹੇ ਆ। ਬਾਕੀ ਤੁਸੀਂ ਮੈਨੂੰ ਬਹੁਤ ਮਾਣ ਦੇ ਰਹੇ ਹੋ, ਬਾਕੀ ਮੈਂ ਤਾਂ ਯਤਨ ਕਰ ਰਿਹਾ ਕੁਝ ਕਰ ਸਕਾਂ, ਬਸ ਇੰਨੀ ਕਿ ਇੱਕ ਯਤਨ ਹੈ, ਇੱਕ ਕੋਸ਼ਿਸ਼ ਹੈ। ਤੁਹਾਡੀ ਪਹਿਲੀ ਪੁਸਤਕ ਜਿਹੜੀ ਤੁਸੀਂ ਸਾਡੇ ਸਾਹਮਣੇ ਪੇਸ਼ ਕੀਤੀ ਉਹ ਹੈ ਲਾਲੀ, ਜੋ ਕਿ ਗਜ਼ਲਾਂ ਦਾ ਇੱਕ ਸੰਗ੍ਰਹਿ, ਤੇ ਜਿਹੜੀ ਦੂਸਰੀ ਹੁਣ ਤੁਹਾਡੀ ਪੁਸਤਕ ਆਈ ਹੈ ਉਸ ਦਾ ਨਾਮ ਹੈ ਸੂਰਜਾ ਵੇ ਸੂਰਜਾ। ਮੈਂ ਜਾਣਨਾ ਚਾਹਾਂਗੀ ਕਿ ਇੱਕ ਨੌਜਵਾਨ ਜੋ ਕਿ ਪੰਜਾਬ ਦੇ ਬਟਾਲੇ ਸ਼ਹਿਰ ਦੇ ਵਿੱਚ ਪਲਿਆ ਵੱਡਾ ਹੁੰਦਾ ਹੈ, ਆਪਣੀ ਇੰਜੀਨੀਅਰਿੰਗ ਦੀ ਡਿਗਰੀ ਕਰਦਾ ਹੈ, ਤੇ ਫਿਰ ਉਹ ਸ਼ਿਕਾਗੋ ਕਿਵੇਂ ਪਹੁੰਚਿਆ? ਥੋੜਾ ਜਿਹਾ ਸਾਨੂੰ ਆਪਣੀ ਬੈਕਗ੍ਰਾਉਂਡ ਬਾਰੇ ਦੱਸੋ। ਹਾਂਜੀ, ਅਸਲ ਵਿੱਚ ਮੈਂ ਪਿੰਡ 'ਚ ਹੀ ਆਪਣਾ ਜੰਮਿਆ ਵੱਡਾ ਹੋਇਆ, ਆਪਣੇ ਮਲਕਵਾਲ ਪਿੰਡ 'ਚ। ਬਾਅਦ 'ਚ ਯੂਨੀਵਰਸਿਟੀ PIU ਲੁਧਿਆਣੇ ਤੋਂ BTech ਕੀਤੀ, MTech ਕੀਤੀ, ਤੇ MTech ਕਰਨ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਕਿ ਉੱਥੇ ਪੰਜਾਬ 'ਚ ਅਜੇ ਮਾਹੌਲ ਉਹੀ ਹੈ ਕਿ ਜੌਬ ਨਹੀਂ ਮਿਲਦੀ, ਤੁਹਾਨੂੰ ਕੁਝ ਹੁੰਦਾ ਨਹੀਂ, ਤੁਹਾਡਾ ਅੱਗੇ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਤੇ ਉਸ ਤੋਂ ਬਾਅਦ ਕੁਦਰਤੀ ਇਤਫਾਕਨ ਹੋਇਆ ਕਿ ਜੋ ਇੱਕ ਰਿਸ਼ਤਾ ਆਇਆ ਮੈਨੂੰ ਰਾਗਨੀ ਦਾ, ਤੇ ਉੱਥੇ ਆਪਾਂ ਸਾਡੀ ਮੈਰਿਜ ਬੇਸ ਤੇ ਫਿਰ ਮੈਂ ਇੱਥੇ USA ਆਇਆ, ਤੇ ਬਾਅਦ USA ਜਾ ਕੇ ਮੈਂ ਮਾਸਟਰਸ ਕੀਤੀ ਮੈਕੈਨੀਕਲ ਇੰਜੀਨੀਅਰਿੰਗ ਦੀ। ਤੇ ਉਹ ਸਫ਼ਰ ਚੱਲਦਾ ਰਿਹਾ ਇੰਜੀਨੀਅਰਿੰਗ ਦਾ, ਪੜ੍ਹਦੇ ਰਹੇ ਉਸ ਪਾਸੇ ਤੋਂ ਚੱਲਦੇ ਰਹੇ ਆਪਾਂ, ਪਰ ਨਾਲ ਨਾਲ ਕਿਤੇ ਨਾ ਕਿਤੇ ਅਚੇਤ ਮਨ ਜਿਹੜੀ ਉਹ ਕਵਿਤਾ ਸੀ ਜਾਂ ਉਹ ਸ਼ਾਇਰੀ ਸੀ ਉਹ ਨਾਲ ਚੱਲਦੀ ਰਹੀ ਕਿਤੇ ਨਾ ਕਿਤੇ। ਤੇ ਥੋੜਾ ਜਦੋਂ ਸਟਰਗਲ ਖਤਮ ਹੋਈ ਫਿਰ ਬਾਅਦ 'ਚ ਫਿਰ ਦੁਬਾਰਾ ਸ਼ੁਰੂ ਕੀਤਾ ਕਿ ਇਸ ਪਾਸੇ ਮੈਂ ਫਿਰ ਦੁਬਾਰਾ ਤੁਰਾਂ, ਕਿਉਂਕਿ ਇੱਕ ਤੁਹਾਡੇ ਮਨ ਦੀ ਇੱਕ ਖੁਰਾਕ ਹੈ, ਤੁਹਾਡੇ ਇੱਕ ਨਾ ਰੂਹ ਦੀ ਖੁਰਾਕ ਹੋ ਜਾਂਦੀ ਹੈ, ਤੇ ਉਹ ਤਾਂ ਕਰਕੇ ਉਹਦੇ ਨਾਲ ਫਿਰ ਬਾਅਦ 'ਚ ਨਾ ਵਾਸਤਾ ਪੈ ਗਿਆ ਉਸ ਸ਼ਾਇਰੀ ਨਾਲ। ਆਹ ਚੀਜ਼ ਜੀ 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 ਦੇਖੋ, ਮੈਂ ਤੇ ਇੱਥੇ ਇਹ ਕਵਾਂਗੀ ਕਿ ਜਿਸ ਦੀ ਧਰਮ ਪਤਨੀ ਦਾ ਨਾਮ ਹੀ ਰਾਗਨੀ ਹੋਵੇ ਉਹ ਬੰਦਾ ਸ਼ਾਇਰ ਕਿਵੇਂ ਨਾ ਹੋਵੇਗਾ। ਇੰਨਾ ਖੂਬਸੂਰਤ ਨਾਮ ਜਿਸ ਦੀ ਵਾਈਫ ਦਾ ਹੋਵੇ ਉਹ ਇਨਸਾਨ ਨੇ ਸ਼ਾਇਰ ਦਾ ਹੋਣਾ ਹੀ ਹੋਣਾ। ਤੁਹਾਡਾ ਕੀ ਖਿਆਲ ਹੈ? ਬਿਲਕੁਲ, ਮੇਰੇ ਖਿਆਲ ਨਾਲ ਕਿ ਤੁਹਾਡਾ ਜਿਹੜਾ ਆਪਣਾ ਤੁਹਾਡਾ ਇੱਕ ਜੀਵਨ ਸਾਥੀ ਆ ਹਨਾ, ਜਾਂ ਉਹਦਾ ਇੱਕ ਹੁੰਗਾਰਾ ਜਾਂ ਇੱਕ ਹੁਲਾਰਾ ਮਿਲਣਾ ਬਹੁਤ ਜ਼ਰੂਰੀ ਆ ਤੁਹਾਡੇ ਕਿਸੇ ਵੀ ਕੰਮ ਵਾਸਤੇ, ਚਾਹੇ ਤੁਸੀਂ ਉਹ ਸਾਹਿਤ ਕਰ ਰਹੇ, ਚਾਹੇ ਕੋਈ ਆਰਟ ਕਰ ਰਹੇ, ਚਾਹੇ ਪੇਂਟਿੰਗ ਕਰ ਰਹੀ, ਜਾਂ ਸਿੰਗਿੰਗ ਕਰ ਰਹੀ, ਕੋਈ ਵੀ ਕਲਾ ਕਰ ਰਹੀ ਹੈ, ਚਾਹੇ ਉਹ ਆਪਣਾ ਲੇਡੀ ਆ, ਚਾਹੇ ਹਸਬੈਂਡ ਆ, ਹਸਬੈਂਡ ਵਾਈਫ ਆ, ਤੇ ਇੱਕ ਦੂਜੇ ਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਦੋਵਾਂ ਦਾ ਹਰ ਪੱਖ ਤੋਂ। ਜੀ ਜੀ ਤੇ ਤੁਹਾਡੀ ਗੱਲ ਸਹੀ ਹੈ ਕਿ ਵਾਕਿਆ ਹੀ ਉਹਦੇ ਨਾਲ ਫਰਕ ਪੈਂਦਾ ਹੈ, ਇੱਕ ਸਾਰਾ ਮਿਲਦਾ ਹੈ, ਤੇ ਉਹਦੇ ਨਾਲ ਤੁਹਾਡੀ ਜਿਹੜੀ ਆਪਣੀ ਲਿਖਣੀ ਹੈ, ਤੁਹਾਡਾ ਇੱਕ ਪੋਜ਼ਿਟਿਵ ਜਿਹੜਾ ਸਫ਼ਰ ਹੈ, ਇੱਕ ਸੌਖਾ ਹੋ ਜਾਂਦਾ ਸਫ਼ਰ। ਜੀ ਜੀ ਵੈਸੇ ਮੈਂ ਇੱਥੇ ਲਾਲੀ ਜੀ ਜਿਹੜੀ ਸਾਡੀ ਟੈਕਨੋਲੋਜੀ ਹੈ ਉਹਦਾ ਬੜਾ ਮਤਲਬ ਮੈਨੂੰ ਬੜਾ ਇੱਕ ਕਿਸਮ ਨਾਲ ਖੁਸ਼ੀ ਹੋ ਰਹੀ ਹੈ ਕਿ ਦੇਖੋ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬੈਠੇ ਹਾਂ, ਪਰ ਫਿਰ ਵੀ ਇੱਕ ਸਕਰੀਨ ਦੇ ਉੱਪਰ ਅਸੀਂ ਇੱਕ ਦੂਸਰੇ ਨਾਲ ਮੁਲਾਕਾਤ ਕਰ ਰਹੇ ਹਾਂ, ਔਰ ਕਿੰਨਾ ਤਕਨੀਕੀ ਜਿਹੜਾ ਯੁੱਗ ਹੈ ਇਹਦੇ ਵਿੱਚ ਕਿੰਨਾ ਸਾਨੂੰ ਫਾਇਦਾ ਹੋ ਗਿਆ। ਬਿਲਕੁਲ ਬਿਲਕੁਲ, ਔਰ ਇਹ ਜ਼ਰੂਰੀ ਵੀ ਆ। ਅੱਜ ਸਮੇਂ ਦੀ ਨਾ ਅਜੋਕੇ ਸਮੇਂ ਦੀ ਲੋੜ ਵੀ ਹੈ ਕਿ ਜਦੋਂ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਸੀ ਕਿ ਕਿਸੇ ਜਾਣਾ ਆਪਾਂ ਕਵੀ ਦਰਬਾਰ ਜਾਣਾ, ਪੂਰੀ ਦਿਹਾੜੀ ਜਾ ਕੇ ਲਾਉਣੀ, ਆਪਾਂ ਉੱਥੇ ਜਾ ਕੇ ਸਵੇਰੇ ਜਾਣਾ, ਸ਼ਾਮੀ ਮੁੜ ਕੇ ਆਉਣਾ, ਤੇ ਫਿਰ ਜਿਹੜਾ ਸਾਰ ਹੁੰਦਾ ਸੀ, ਨਿਚੋੜ ਹੁੰਦਾ ਸੀ, ਉਹ ਤਾਂ ਵਿੱਚੋਂ ਇਦਾਂ ਹੀ ਕੋਈ ਅੱਧੇ ਪੌਣੇ ਘੰਟੇ ਦਾ ਨਿਚੋੜ ਹੁੰਦਾ ਸੀਗਾ। ਤੇ ਹੁਣ ਆਪਾਂ ਮੇਰੇ ਖਿਆਲ ਨਾਲ ਕੱਪੜੇ ਨਿਚੋੜ ਦੀ ਗੱਲ ਆਪਾਂ ਇੱਥੇ ਦੂਰ ਬੈਠੇ ਕਰ ਲੈਂਦੇ ਆ, ਤੇ ਉਹਦੇ ਨਾਲ ਦਰਸ਼ਕ ਵੀ ਉਹਨਾਂ ਦਾ ਦੂਰ ਤੱਕ ਗੱਲ ਪਹੁੰਚਦੀ ਤੁਹਾਡੀ। ਜੀ 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 ਇਹ ਵਧੀਆ ਗੱਲ ਹੈ ਜੀ। ਜਿਹੜਾ ਅਜੋਕਾ ਦੌਰ ਚੱਲ ਰਿਹਾ ਹੈ, ਕਿਉਂਕਿ ਆਪਾਂ ਤੁਹਾਡੀ ਸ਼ਾਇਰੀ ਦੀ ਜਿਹੜੀ ਆ ਗੱਲ ਉਹ ਤਾਂ ਜ਼ਰੂਰ ਕਰਨੀ ਹੈ, ਤੁਹਾਡੇ ਤੋਂ ਗਜ਼ਲਾਂ ਵੀ ਸੁਣਨੀਆਂ ਨੇ, ਔਰ ਤੁਹਾਨੂੰ ਕਹਿਣਾ ਤੁਰੰਨੁਮ ਚ ਵੀ ਗਾ ਕੇ ਸਾਨੂੰ ਸੁਣਾਓ। ਥੋੜਾ ਜਿਹਾ ਮੈਂ ਤੁਹਾਡੇ ਸ਼ਹਿਰ ਦਾ ਹਾਲ ਚਾਲ ਪੁੱਛਣਾ ਚਾਹਾਂਗੀ ਕਿ ਜੋ ਅੱਜ ਕੱਲ ਦਾ ਅਜੋਕਾ ਦੌਰ ਚੱਲ ਰਿਹਾ ਹੈ, ਜਿਹੜੀ ਮਹਾਮਾਰੀ ਫੈਲੀ ਹੋਈ ਹੈ, ਇਹਦਾ ਤੁਹਾਡੇ ਜੀਵਨ ਤੇ ਤੁਹਾਡੇ ਸ਼ਹਿਰ ਦੇ ਜੀਵਨ ਤੇ ਕਿੰਨਾ ਕੁ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ ਹੈ? ਹਾਂਜੀ, ਜਿਹੜਾ COVID-19 ਕਰਕੇ ਮੇਰੇ ਖਿਆਲ ਨਾਲ ਕਿ ਇਕੱਲਾ ਸ਼ਿਕਾਗੋ ਹੀ ਨਹੀਂ, ਚਾਹੇ ਬਟਾਲਾ ਨਹੀਂ, ਚਾਹੇ ਤੁਹਾਡਾ ਇੰਗਲੈਂਡ ਨਹੀਂ, ਮਤਲਬ ਪੂਰਾ ਸੰਸਾਰ ਹੀ ਇਹਦੇ ਲਪੇਟ ਚ ਆ ਚੁੱਕਾ। ਔਰ ਇੱਕ ਖਾਸ ਹੈ ਕਿ ਅਜੇ ਵੀ ਆਪਾਂ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲੇ। ਅੱਜ ਦੀ ਡੇਟ 'ਚ ਵੀ ਅਮਰੀਕਾ ਵਿੱਚ ਸਾਡੇ 60,000 70,000 ਕੇਸ ਰੋਜ਼ ਹੋ ਰਹੇ, ਨਵੇਂ ਕੇਸ ਹੋ ਰਹੇ। ਸੋ ਇੱਕ ਗੁਜ਼ਾਰਿਸ਼ ਹੈ ਜੋ ਵੀ ਦਰਸ਼ਕ ਦੇਖ ਰਹੇ ਨੇ, ਜੋ ਵੀ ਆਪਣੇ ਵੀਰ ਭਰਾ ਦੇਖ ਰਹੇ ਨੇ, ਕਿ ਪਲੀਜ਼ ਅਜੇ ਵੀ ਆਪਣੇ ਆਪ ਨੂੰ ਸੇਫ ਰੱਖੋ, ਪ੍ਰੀਕਾਸ਼ਨ ਲਓ, ਹੈਂਡ ਸੈਨੀਟਾਈਜ਼ ਕਰੋ, ਕਿ ਜ਼ਰੂਰੀ ਆ। ਅਜੇ ਆਪਾਂ ਉਸ ਚੀਜ਼ ਤੋਂ ਬਾਹਰ ਨਿਕਲੇ ਨਹੀਂ, ਤੂਫਾਨ ਚੱਲ ਰਿਹਾ ਅਜੇ ਵੀ। ਜੀ ਜੀ ਤੇ ਜਦ ਤੱਕ ਦਵਾਈ ਨਹੀਂ ਆਉਂਦੀ ਤਦ ਤੱਕ ਦਾ ਅਸਲ ਮੁਸ਼ਕਲ ਹੈ ਜੋ ਵੀ ਆ। ਬਿਲਕੁਲ, ਔਰ ਜਿਹੜੀ ਲਾਈਫ ਹੈ, ਅਸੀਂ ਕਿਉਂਕਿ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਉਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਉਹ ਸੁਨੇਹਾ ਸੇਫਟੀ ਦਾ ਜਿਹੜਾ ਨਾ ਉਹ ਦਿੰਦੇ ਰਹੀਏ, ਕਿਉਂਕਿ ਜਿਹੜਾ ਇਹ ਸੇਫਟੀ ਦਾ ਸੁਨੇਹਾ ਹੈ ਬੜਾ ਜ਼ਰੂਰੀ ਹੈ ਕਿ ਥੋੜੀ ਜਿਹੀ ਆਪਣੀ ਦੂਰੀ ਬਣਾਈ ਰੱਖੋ, ਇੱਕ ਦੂਸਰੇ ਤੋਂ ਫਿਜ਼ੀਕਲ ਦੂਰੀ ਬਣਾਈ ਰੱਖੋ, ਦੂਸਰਾ ਆਪਣੇ ਹੱਥਾਂ ਨੂੰ ਸਾਫ਼ ਕਰੀ ਜਾਓ। ਪਰ ਮੈਂ ਇੱਥੇ ਬਾਰ-ਬਾਰ ਇਹ ਕਹਿੰਦੀ ਹਾਂ ਕਿ ਫਿਜ਼ੀਕਲ ਦੂਰੀ ਜ਼ਰੂਰ ਬਣਾਓ, ਪਰ ਜਿਹੜੀ ਦਿਲ ਨੇ ਸਾਡੇ ਉਹ ਜ਼ਰੂਰ ਨੇੜੇ ਹੋਣੇ ਚਾਹੀਦੇ ਨੇ। ਖਾਸ ਕਰਕੇ ਇਸ ਵਕਤ ਦੇ ਵਿੱਚ ਦਿਲਾਂ ਦੀਆਂ ਦੂਰੀਆਂ ਜਿਹੜੀਆਂ ਉਹ ਨਹੀਂ ਪੈਣੀਆਂ ਚਾਹੀਦੀਆਂ। ਸਾਨੂੰ ਇੱਕ ਦੂਸਰੇ ਦਾ ਵੱਧ ਤੋਂ ਵੱਧ ਜਿਹੜਾ ਸਾਥ ਹੈ ਉਹ ਦੇਣਾ ਚਾਹੀਦਾ ਹੈਗਾ। ਬਿਲਕੁਲ, ਔਰ ਇਸ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਯਕੀਨ ਮੰਨੋ, ਮੈਨੂੰ ਕੱਲੀ ਨਹੀਂ ਖੁਸ਼ੀ ਹੋ ਰਹੀ, ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਵਿਰਸਾ ਪ੍ਰੋਗਰਾਮ ਤੁਸੀਂ ਦੁਬਾਰਾ ਲੈ ਕੇ ਵਾਪਸ ਆ ਰਹੇ। ਪਰ ਮੈਨੂੰ ਪਤਾ ਕਿ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇਸ ਤੇ ਖੁਸ਼ੀ ਹੋਏਗੀ, ਕਿਉਂਕਿ ਇੱਕ ਖਾਸ ਕਨੈਕਸ਼ਨ ਹੈ ਲੋਕਾਂ ਦਾ ਇਸ ਪ੍ਰੋਗਰਾਮ ਨਾਲ।
ਸੋ ਤੁਸੀਂ ਦੇਖੋ ਪੰਜਾਬੀ ਵਾਸਤੇ connection ਇੰਨਾ ਹੈ ਕੰਮ ਤੇ ਕਰ ਰਹੇ ਜੀ। ਤਾਂ ਤੁਸੀਂ ਕਿਉਂਕਿ ਤੁਸੀਂ ਸਾਡਾ ਪ੍ਰੋਗਰਾਮ ਉੱਥੇ ਬੈਠੇ ਦੇਖਦੇ ਹੋ, ਇੰਨਾ ਪਿਆਰ ਜੀ ਦਿੰਦੇ ਹੋ, ਤਾਂ ਹੀ ਇੰਨੀ ਦੂਰੋਂ ਆਵਾਜ਼ ਮਾਰ ਕੇ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਹੈ ਔਰ ਬੜੀ ਖੁਸ਼ੀ ਹੋ ਰਹੀ ਹੈ। ਤੁਹਾਡੀ ਗਜ਼ਲਾਂ ਦੇ ਵੱਲ ਤੇ ਤੁਹਾਡੀ ਸ਼ਾਇਰੀ ਦੇ ਵੱਲ ਮੈਂ ਥੋੜਾ ਫਿਰ ਦੁਬਾਰਾ ਪਰਤਣਾ ਚਾਹਨੀ ਆ ਤੇ ਜੀ ਗੱਲ ਫਿਰ ਐਗਜ਼ਾਮਪਲ ਉਦਾਹਰਣ ਸ਼ਿਵ ਕੁਮਾਰ ਜੀ ਬਟਾਲਵੀ ਜੀ ਦੀ ਦਿੰਨੀ ਹੈ ਕਿ ਜਦੋਂ ਉਹਨਾਂ ਨੇ ਸ਼ਾਇਰੀ, ਉਹਨਾਂ ਦੀ ਜਿਹੜੀ ਸ਼ਾਇਰੀ ਦਾ ਸਟਾਈਲ ਸੀ ਉਹ ਬਿਲਕੁਲ ਅਲੱਗ ਸੀ, ਉਹ ਕੁਝ ਅਲੱਗ ਗੱਲ ਕਰਦੇ ਸੀ ਤੇ ਉਹਨਾਂ ਨੂੰ ਇਸ ਚੀਜ਼ ਦਾ ਡਰ ਨਹੀਂ ਸੀਗਾ ਕਿ ਜਿਹੜੀ ਮਤਲਬ ਭੇਡ ਚਾਲ ਸੀ ਉਹ ਤੋਂ ਦੂਰ ਹੋ ਕੇ ਜੇ ਉਹਨਾਂ ਨੇ ਕੋਈ ਗੱਲ ਕੀਤੀ ਤਾਂ ਉਹ ਉਸ ਟਾਈਮ ਤੇ ਭਾਵੇਂ ਲੋਕਾਂ ਨੇ ਕਿੰਤੂ ਪ੍ਰੰਤੂ ਕੀਤਾ, ਪਰ ਇਸ ਉਹੀ ਉਹਨਾਂ ਦੀ ਪਹਿਚਾਣ ਬਣੀ। ਐਗਜ਼ਾਮਪਲ ਦੇ ਤੌਰ ਤੇ ਜਿਹੜੀ ਉਹਨਾਂ ਨੇ ਲੂਣਾ ਲਿਖੀ ਉਹਨੂੰ ਬਿਲਕੁਲ ਹੀ ਅਲੱਗ ਢੰਗ ਦੇ ਨਾਲ ਲਿਖਿਆ ਤੇ ਉਹ ਚੀਜ਼ ਮੈਂ ਤੁਹਾਡੇ ਵਿੱਚ ਵੀ ਦੇਖਦੀ ਹਾਂ ਕਿ ਰਾਜ ਲਾਲੀ ਬਟਾਲਾ ਜਦੋਂ ਆਪਣਾ ਪੈਨ ਚੁੱਕਦਾ, ਪੈਨਸਲ ਚੁੱਕਦਾ, ਕਲਮ ਚੁੱਕਦਾ ਤਾਂ ਉਸ ਦੀ ਕਲਮ ਕੁਝ ਅਲੱਗ ਗੱਲ ਕਰਦੀ ਹੈ, ਇੱਕ ਅਲੱਗ ਪੀੜ ਦੀ ਗੱਲ ਕਰਦੀ ਹੈ, ਉਸ ਪੀੜ ਦੀ ਗੱਲ ਕਰਦੀ ਹੈ, ਉਸ ਦੁੱਖ ਦਰਦ ਦੀ ਗੱਲ ਕਰਦੀ ਹੈ ਜਿਹੜੀ ਸ਼ਾਇਦ ਆਮ ਲੋਕ ਜਿਹੜੇ ਆ ਉਹ ਨਹੀਂ ਕਰਦੇ। ਤੁਸੀਂ ਧੀਆਂ ਦੀ ਗੱਲ ਕੀਤੀ, ਤੁਸੀਂ ਇੱਕ ਉਸ ਬੱਚੇ ਦੀ ਗੱਲ ਵੀ ਕਰਦੇ ਹੋ ਜਿਹੜਾ ਸ਼ਾਇਦ ਆਪਣੇ ਬਾਪ ਦੀ ਮਾਰ ਤੋਂ ਤੰਗ ਆਇਆ ਹੋਇਆ ਹੈ। ਤੁਸੀਂ ਮਤਲਬ ਅਲੱਗ ਜਿਹੜੇ ਟੌਪਿਕ ਨੇ ਜਿਹੜੇ ਆਮ ਕਰਕੇ ਜਿਨ੍ਹਾਂ ਦੇ ਉੱਪਰ ਗੱਲ ਨਹੀਂ ਹੁੰਦੀ, ਤੁਸੀਂ ਉਹਨਾਂ ਦੀ ਗੱਲ ਕਰਦੇ ਹੋ। ਤੁਹਾਡੇ ਪੱਤੇ ਵੀ ਰੋਂਦੇ ਨੇ, ਤੁਹਾਡੇ ਫੁੱਲ ਵੀ ਰੋਂਦੇ ਨੇ, ਉਹ ਫੁੱਲ ਵੀ ਰੋ ਕੇ ਕੋਈ ਨਾ ਕੋਈ ਗੱਲ ਜਿਹੜੀ ਹੈ ਉਹ ਆਪਣੀ ਕਰ ਜਾਂਦੇ ਨੇ। ਸੋ ਮੈਂ ਚਾਹੁੰਦੀ ਹਾਂ ਕਿ ਕੋਈ ਨਾ ਕੋਈ ਕਲਾਮ ਸਾਡੇ ਨਾਲ ਤੁਸੀਂ ਸਾਂਝਾ ਕਰੋ। ਜ਼ਰੂਰ ਜ਼ਰੂਰ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਸੇ ਵਿਸ਼ੇ ਨੂੰ ਲੈ ਕੇ ਤੁਹਾਡੀ ਗੱਲ ਕਰਦੇ ਹਾਂ ਕਿ ਜਿਹੜੇ ਪੀੜ ਤੋਂ ਅਲੱਗ ਤੁਰਨਾ ਬਹੁਤ ਜ਼ਰੂਰੀ ਆ ਕਿਸੇ ਵੀ, ਹਨਾ, ਤੁਸੀਂ ਕੋਈ ਵੀ ਕੰਮ ਕਰਦੇ ਜੀ। ਮੈਂ ਤੁਹਾਡੀ ਇਸੇ ਗੱਲ ਤੇ ਸ਼ੁਰੂ ਕਰਦਾ। ਦੋ ਗਜ਼ਲਾਂ ਛੋਟੀ ਬੈਰ ਦੀਆਂ ਤੁਹਾਡੇ ਨਾਲ ਸਾਂਝ ਪਾਉਣਾ ਮੈਂ ਜੀ ਤੇ ਮਤਲਬ ਚੰਦ ਸ਼ੇਅਰ ਦੋਵਾਂ ਗਜ਼ਲਾਂ ਦੇ, ਠੀਕ ਹੈ ਜੀ। ਪਹਿਲੀ ਗਜ਼ਲ ਦੀ ਗੱਲ ਕਰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਉਹੀ ਗੱਲ ਫੁੱਲਾਂ ਦੀ ਗੱਲ ਕਰਦਾ ਕਿ ਉਹਦਾ ਮਤਲਬ ਹੈ ਕਿ ਫੁੱਲਾਂ ਨੂੰ ਕੁਝ ਹੋਇਆ ਲੱਗਦਾ। ਹਾਂਜੀ, ਇਹ ਬੜੀ ਗਜ਼ਲ ਇਹ ਜ਼ਰੂਰ ਸੁਣਾਓ, ਮੈਨੂੰ ਬੜੀ ਪਸੰਦ ਹੈ। ਜ਼ਰੂਰ ਜ਼ਰੂਰ ਇਹ, ਹਾਂਜੀ ਬਿਲਕੁਲ ਬਿਲਕੁਲ। ਉਹ ਏਦਾਂ ਸੀ ਕਿ ਫੁੱਲਾਂ ਨੂੰ ਕੁਝ ਹੋਇਆ ਲੱਗਦਾ, ਫੁੱਲਾਂ ਨੂੰ ਕੁਝ ਹੋਇਆ ਲੱਗਦਾ, ਪੱਤਾ ਪੱਤਾ ਰੋਇਆ ਲੱਗਦਾ, ਪੱਤਾ ਪੱਤਾ ਰੋਇਆ ਲੱਗਦਾ। ਉਹ ਦਿਲ ਦੀ ਪੀੜ ਲੁਕੋ ਨਾ ਸਕਿਆ, ਬੇਸ਼ੱਕ ਮੁਖੜਾ ਧੋਇਆ ਲੱਗਦਾ। ਉਹਦਾ ਸ਼ੇਰ ਸੀ ਕਿ ਹੋ ਲੱਗਦਾ ਆਸ ਮੁਕਾ ਦਿੱਤੀ ਹੈ, ਲੱਗਦਾ ਆਸ ਮੁਕਾ ਦਿੱਤੀ ਹੈ, ਉਸਨੇ ਬੂਹਾ ਟੋਇਆ ਲੱਗਦਾ, ਬਹੁਤ ਅੱਛਾ, ਉਸਨੇ ਬੂਹਾ ਟੋਇਆ ਲੱਗਦਾ। ਉਹਦਾ ਸ਼ੇਰ ਸੀ ਕਿ ਹੋ ਤੁਪਦੇ ਮੱਥੇ ਵੇਖ ਤਿਉੜੀ, ਤੁਪਦੇ ਮੱਥੇ ਵੇਖ ਤਿਉੜੀ, ਸੂਰਜ ਮੋਇਆ ਮੋਇਆ ਲੱਗਦਾ। ਬਹੁਤ ਅੱਛਾ। ਉਹਦਾ ਮਕਸਦ ਸੀ ਕਿ ਉਹ ਨੈਣਾ ਦੇ ਵਿੱਚ ਲਾਲੀ ਹੀ ਰੜਕੇ, ਵਾਹ, ਨੈਣਾ ਦੇ ਵਿੱਚ ਲਾਲੀ ਹੀ ਰੜਕੇ, ਸੂਰਜ ਕੋਲ ਖਲੋਇਆ ਲੱਗਦਾ। ਬਹੁਤ ਅੱਛਾ। ਉਹ ਫੁੱਲਾਂ ਨੂੰ ਕੁਝ ਹੋਇਆ ਲੱਗਦਾ, ਪੱਤਾ ਪੱਤਾ ਰੋਇਆ ਲੱਗਦਾ। ਥੈਂਕ ਯੂ ਸੋ ਮਚ, ਮੈਨੂੰ ਖੁਸ਼ੀ ਹੋਈ। ਬਹੁਤ ਅੱਛਾ, ਬਹੁਤ ਜ਼ਿਆਦਾ ਹੀ ਅੱਛਾ। ਔਰ ਮੈਂ ਬੜਾ ਲਾਈਕ ਕੀਤਾ ਜਿਸ ਤਰੀਕੇ ਨਾਲ ਤੁਸੀਂ ਆਪਣਾ ਨਾਮ ਮਕਤੇ ਦੇ ਵਿੱਚ ਸ਼ਾਮਿਲ ਕੀਤਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਬੜਾ ਆਨੰਦ ਆਇਆ ਔਰ ਤਰਨੁਮ ਦੇ ਵਿੱਚ ਸੁਣ ਕੇ। ਤੇ ਕੁਝ 2-4 ਸ਼ੇਅਰ ਸਾਨੂੰ ਤੁਸੀਂ ਹੋਰ ਸੁਣਾ ਦਿਓ, ਫਿਰ ਉਸ ਤੋਂ ਬਾਅਦ ਅਸੀਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਵਾਪਸ ਆ ਕੇ ਅਸੀਂ ਹੋਰ ਤੁਹਾਡੇ ਤੋਂ ਗਜ਼ਲਾਂ ਸੁਣਾਂਗੇ। ਬਿਲਕੁਲ, ਹਾਂਜੀ। ਇੱਕ ਹੋਰ ਛੋਟੀ ਬਿਆਰ ਦੀ ਗਜ਼ਲ ਸੀ, ਉਹਦੇ ਚੰਦ ਸ਼ੇਅਰ ਤੁਹਾਨੂੰ ਸਾਂਝੇ ਕਰਦਾ। ਕਿੱਦਾਂ ਸੀ ਕਿ ਦਿਲ ਦਾ ਕਾਸਾ ਖਾਲੀ ਹੀ ਖਾਲੀ, ਮੁਖ ਤੇ ਹਾਸਾ ਖਾਲੀ ਹੀ ਖਾਲੀ, ਵਾਹ, ਹੋਵੇਂ ਤੇਰੀ ਪਰਬਤ ਜਿੱਡੀ, ਪਰ ਜਗਿਆਸਾ ਖਾਲੀ ਹੀ ਖਾਲੀ। ਬਹੁਤ ਅੱਛਾ। ਤੇਰਾ ਦਿਲ ਤੇ
ਪਾਰੇ ਰਿਹਾਏ ਤੋਲਾ ਮਾਸਾ ਖਾਲੀ ਖਾਲੀ ਜਾਤਾਂ ਵਾਲੀ ਹਰ ਮਹਿਫਿਲ ਵਿੱਚ ਮੈਂ ਹਾਂ ਖਾਸਾ ਖਾਲੀ ਖਾਲੀ। ਔਰ ਇੱਕ ਸ਼ੇਰ ਬਤੌਰੇ ਖਾਸ ਤੁਹਾਡੇ ਵਾਸਤੇ ਰੂਪ ਜੀ, ਔਰ ਜਿੰਨੀਆਂ ਵੀ ਧੀਆਂ ਭੈਣਾਂ ਪ੍ਰੋਗਰਾਮ ਦੇਖ ਰਹੀਆਂ ਉਹਨਾਂ ਵਾਸਤੇ ਖਾਸ ਤੌਰ ਤੇ ਜੀ ਕਿ ਆਪਣੇ ਦਮ ਤੇ ਉੱਡੋ ਚਿੜੀਓ, ਵਾਹ ਆਪਣੇ ਦਮ ਤੇ ਉੱਡੋ ਚਿੜੀਓ, ਹਰ ਪਰਵਾਸਾ ਖਾਲੀ ਖਾਲੀ, ਬਹੁਤ ਅੱਛਾ। ਹਰ ਪਰਵਾਸਾ ਖਾਲੀ ਖਾਲੀ। ਲਾਲੀ ਦਾ ਮਨ ਭਰਿਆ ਭਰਿਆ, ਮਾਂ ਦਾ ਪਾਸਾ ਖਾਲੀ ਖਾਲੀ ਖਾਲੀ, ਬਹੁਤ ਦਿਲ ਅੱਛਾ। ਦਾ ਕਾਸਾ ਖਾਲੀ ਖਾਲੀ, ਮੁਖ ਤੇ ਹਾਸਾ ਖਾਲੀ ਖਾਲੀ। ਥੈਂਕ ਯੂ ਸੋ ਮਚ ਮੈਂ ਤੁਹਾਡੀਆਂ ਲਾਈਨਾਂ ਰਿਪੀਟ ਕਰਨਾ ਚਾਹਾਂਗੀ ਜੀ, ਪਲੀਜ਼। ਆਪਣੇ ਦਮ ਤੇ ਉੱਡੋ ਚਿੜੀਓ, ਹਰ ਪਰਵਾਸਾ ਖਾਲੀ ਖਾਲੀ। ਵਾਹ ਕੀ ਬਾਤ ਕਿਆ ਹੈ। ਬਾਤ। ਆਪਣੇ ਦਮ ਤੇ ਉੱਡੋ ਚਿੜੀਓ, ਹਰ ਪਰਵਾਸਾ ਖਾਲੀ ਖਾਲੀ। ਔਰ ਇਹ ਇੱਕ ਲਾਈਨ ਦੇ ਵਿੱਚ, ਇਹਨਾਂ ਸਦਰਾਂ ਦੇ ਵਿੱਚ ਤੁਸੀਂ ਐਡਾ ਵੱਡਾ ਸੁਨੇਹਾ ਦੇ ਦਿੱਤਾ ਹੈ। ਔਰ ਇਹ ਸਾਰੀਆਂ ਪੰਜਾਬ ਦੀਆਂ ਧੀਆਂ ਦਾ ਸੁਨੇਹਾ, ਇਹ ਸਾਰੀਆਂ ਜਿੰਨੀਆਂ ਵੀ ਔਰਤਾਂ ਇੱਕ ਜਦੋਂ ਬੱਚੀ ਪੈਦਾ ਹੀ ਹੁੰਦੀ ਹੈ ਉਹਨੂੰ ਆਪਣੇ ਆਪ ਨੂੰ ਬਿਲਕੁਲ ਵੀ ਘੱਟ ਨਹੀਂ ਸਮਝਣਾ ਚਾਹੀਦਾ। ਦੇਖੋ ਇੱਕ ਛੋਟੀ ਜਿਹੀ ਗੱਲ ਹੁੰਦੀ ਹੈ, ਉਹਦੇ ਵਿੱਚ ਜਿਹੜਾ ਇੱਕ ਸ਼ਾਇਰ ਹੈ ਉਹ ਕਿੰਨਾ ਵੱਡਾ ਸੁਨੇਹਾ ਦਿੰਦਾ ਹੈ। ਤੇ ਲਾਲੀ ਜੀ ਤੁਸੀਂ ਸਾਡੇ ਨਾਲ ਇੰਜ ਹੀ ਜੁੜੇ ਰਹੋ, ਇੰਨੀ ਦੂਰੋਂ ਸਾਡੇ ਤੁਸੀਂ ਸਟੂਡੀਓ ਦੇ ਵਿੱਚ ਸ਼ਿਰਕਤ ਕਰ ਰਹੇ ਹੋ। ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਧੰਨਵਾਦ ਜੀ। बोले सोने हाल सास भी अकाल। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਇੱਕ ਵਾਰ ਫਿਰ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਵਿਰਸਾ। ਮੈਂ ਹਾਂ ਤੁਹਾਡੀ ਆਪਣੀ ਰੂਪ ਦਵਿੰਦਰ ਕੌਰ। ਔਰ ਅੱਜ ਸਟੂਡੀਓ ਦੇ ਵਿੱਚ ਬੜੀ ਹੀ ਦੂਰੋਂ ਮਹਿਮਾਨ ਅਸੀਂ ਲਿਆਂਦੇ ਨੇ। ਇੰਜ ਕਹਿ ਲਓ ਕਿ ਟੈਕਨੋਲੋਜੀ ਦੇ ਜ਼ਰੀਏ ਅਸੀਂ ਤੁਹਾਨੂੰ ਇਹ ਮਹਿਮਾਨ ਜਿਹੜੇ ਨੇ ਉਹ ਉਹਨਾਂ ਦੇ ਨਾਲ ਮਿਲਾ ਰਹੇ ਹਾਂ। ਰਾਜ ਲਾਲੀ ਬਟਾਲਾ ਜੀ ਫਰੋਮ ਸ਼ਿਕਾਗੋ USA। ਥੈਂਕ ਯੂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ। ਥੈਂਕ ਯੂ ਰੂਪ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਹੈ ਕਿ ਸਾਡੇ ਇਸ ਵਰਚੁਅਲ ਸਟੂਡੀਓ ਦੇ ਵਿੱਚ ਪਹੁੰਚ ਕੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਹੈ। ਔਰ ਵੱਡੀ ਗੱਲ ਇਹ ਵੀ ਤੁਹਾਡੀ ਗੱਲ ਕੀਤੀ ਵੀ ਇੱਕ ਸਮੇਂ ਦੀ ਆਪਾਂ ਸਮੇਂ ਦੀ ਜਿਹੜੀ ਵੈਲਿਊ ਸਮਝ ਰਹੇ ਹਾਂ ਆਪਾਂ। ਠੀਕ ਹੈ ਨਾ। ਔਰ ਟੈਕਨੋਲੋਜੀ ਦਾ ਇੰਨਾ ਫਾਇਦਾ ਹੋ ਰਿਹਾ ਕਿ ਆਪਾਂ ਦੂਰ ਬੈਠੇ ਹੋਏ ਵੀ ਆਪਣੀ ਕੰਮ ਦੀ ਗੱਲ ਹੈ ਜਿਹੜਾ ਨਿਚੋੜ ਕੱਢ ਰਹੇ ਹਾਂ ਆਪਾਂ ਸ਼ੇਅਰ ਕਰ ਰਹੇ ਇੱਕ ਦੂਜੇ ਨਾਲ, ਉਹ ਬਹੁਤ ਵਧੀਆ ਗੱਲ ਆ। ਜੀ ਜੀ ਜੀ। ਤੇ ਇਸੇ ਕਰਕੇ ਟੈਕਨੋਲੋਜੀ ਨਾਲ ਹੀ ਆਪਣੀ ਚਾਹੇ ਪੋਇਟਰੀ ਹੈ ਚਾਹੇ ਕੋਈ ਵੀ ਆਰਟ ਹੈ ਉਹਨੂੰ ਬੜਾ ਹੁਲਾਰਾ ਮਿਲ ਰਿਹਾ, ਹੁੰਗਾਰਾ ਮਿਲ ਰਿਹਾ, ਚੰਗਾ ਹੁੰਗਾਰਾ ਮਿਲ ਰਿਹਾ। ਬਿਲਕੁਲ। ਦੇਖੋ ਅੱਗੇ ਇਦਾਂ ਹੁੰਦਾ ਸੀ ਪਿੰਡਾਂ ਦੇ ਵਿੱਚ, ਇੱਕ ਪਿੰਡ ਤੋਂ ਦੂਜੇ ਪਿੰਡ 5-10 ਮੀਲ ਦੀ ਵੀ ਜਾਣਾ, ਲੋਕਾਂ ਨੇ ਤੁਰ ਕੇ ਜਾਣਾ, ਜਾਂ ਉਹਨਾਂ ਕੋਲ ਮਤਲਬ ਜਿਹੜੀਆਂ ਸੀ ਕਾਰਾਂ ਗੱਡੀਆਂ ਨਹੀਂ ਹੁੰਦੀਆਂ ਸੀ, ਸਾਈਕਲਾਂ ਤੇ ਲੋਕਾਂ ਨੇ ਜਾਣਾ ਤੇ ਕਈ ਕਈ ਦਿਨ ਲੱਗ ਜਾਣੇ ਪਹੁੰਚਣ ਵਾਸਤੇ। ਫਿਰ ਉਹ ਮਤਲਬ ਪ੍ਰਦੇਸ਼ 10 ਮੀਲ ਤੱਕ ਵੀ ਪ੍ਰਦੇਸ਼ ਹੀ ਹੁੰਦਾ ਸੀ। ਤੇ ਹੁਣ 7 ਸਮੁੰਦਰ ਪਾਰ ਵੀ ਜਿਹੜਾ ਉਹ ਪ੍ਰਦੇਸ਼ ਨਹੀਂ ਹੈਗਾ। ਆਪਾਂ ਸਾਰੇ ਇੱਕ ਕਿਸਮ ਨਾਲ ਯੂਨਾਈਟਿਡ ਹੈਗੇ ਆ, ਇੱਕ ਦੂਜੇ ਨਾਲ ਗੱਲ ਕਰ ਪਾਉਂਦੇ ਆ, ਇੱਕ ਦੂਜੇ ਨੂੰ ਦੇਖ ਸਕਦੇ ਆ। ਸੋ ਬੜਾ ਫਰਕ ਪੈ ਗਿਆ ਜ਼ਮਾਨੇ ਦਾ। ਹਾਂਜੀ ਹਾਂਜੀ ਬਹੁਤ ਫਰਕ ਪੈਗਾ। ਇੱਕ ਚੰਗੀ ਗੱਲ ਹੈ ਮੇਰੇ ਖਿਆਲ ਜਿਹੜਾ COVID-19 ਸੀਗਾ ਉਹਦੇ ਜੇ ਕੁਝ ਮਾੜਾ ਵੀ ਹੋਇਆ ਤੇ ਕੁਝ ਚੰਗਾ ਵੀ ਬਹੁਤ ਕੁਝ ਹੋਇਆ। ਔਰ ਇਹਦਾ ਇੱਕ ਜਿਹੜਾ ਸਾਈਡ ਇਫੈਕਟ ਇਹ ਵੀ ਹੈ ਕਿ ਇੱਕ ਚੰਗਾ ਹੋਇਆ ਕਿ ਜਿੰਨੀਆਂ ਵੀ ਆਪਣੀਆਂ ਵੀਡੀਓ ਕਾਨਫਰੰਸਿੰਗ ਸੀਗੀਆਂ, ਜ਼ੂਮ ਸੀਗਾ, ਚਾਹੇ ਵੈਬਐਕਸ ਹੈ, ਚਾਹੇ ਗੋ ਟੂ ਮੀਟਿੰਗਸ ਹੈ, ਤੇ ਸਾਰੀਆਂ ਵਿੱਚ ਇਹ ਹੋਣ ਚਾਹੀਆਂ ਔਰ ਇਹਦੇ ਨਾਲ ਆਪਾਂ ਕਨੈਕਟ ਹੋ ਗਏ ਇੱਕ ਦੂਜੇ ਨਾਲ। ਜੀ ਜੀ। ਪਰ ਬਾਰ-ਬਾਰ ਮੈਂ ਫਿਰ ਇਹੀ ਕਹਿੰਨੀ ਆ ਕਿ ਇਹ ਜਿਹੜੀ ਦਿਲਾਂ ਦੇ ਕਨੈਕਸ਼ਨ ਨੇ ਨਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਕਈ ਵਾਰੀ ਅਸੀਂ ਕਿਸੇ ਦੇ ਕੋਲ ਵੀ ਹੁੰਨੇ ਆ ਪਰ ਅਸੀਂ ਉਹਨਾਂ ਦੇ ਕੋਲ ਨਹੀਂ ਹੁੰਦੇ, ਤੇ ਕਈ ਵਾਰੀ ਅਸੀਂ ਕਿਸੇ ਤੋਂ ਬੜਾ ਦੂਰ ਹੁੰਨੇ ਆ ਪਰ ਅਸੀਂ ਉਹਨਾਂ ਦੇ ਦਿਲ ਦੇ ਵਿੱਚ ਹੀ ਹੁੰਨੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਹੁੰਦੀਆਂ ਨੇ। ਔਰ ਇਹੀ ਸਾਡਾ ਜਿਹੜਾ ਵਿਰਸਾ ਹੈ, ਇਸ ਦੇ ਵਿੱਚ ਪਿਆਰ ਮੁਹੱਬਤ ਨੂੰ ਬਹੁਤ ਜ਼ਿਆਦਾ ਅਸੀਂ ਮਤਲਬ ਵੇਖਦੇ ਆਏ ਆ। ਸਾਡੀਆਂ ਦਾਦੀਆਂ ਨਾਨੀਆਂ ਜਿਹੜੇ ਸਾਡੇ ਸੰਯੁਕਤ ਪਰਿਵਾਰ ਹੁੰਦੇ ਸਨ, ਸਾਂਝੇ ਪਰਿਵਾਰ, ਉਹਨਾਂ ਦੇ ਵਿੱਚ ਜਿਹੜਾ ਪਿਆਰ ਸੀਗਾ, ਇਹ ਜਿਹੜਾ ਸੁਨੇਹਾ
ਇਹ ਜਿਹੜੀ ਚੀਜ਼ ਹੈ ਇਹ ਚੱਲਦੀ ਰਹਿਣੀ ਚਾਹੀਦੀ ਹੈ, ਭਾਵੇਂ ਟੈਕਨੋਲੋਜੀ ਜਿਹੜੀ ਉਹ ਜਿੰਨੀ ਮਰਜ਼ੀ ਅੱਗੇ ਫਾਸਟ ਹੋ ਜਾਵੇ। ਸਹੀ ਗੱਲ, ਤੁਹਾਡੀ ਗੱਲ ਤੋਂ ਮੈਨੂੰ ਸ਼ੇਅਰ ਜਿਹਾ ਯਾਦ ਆ ਗਿਆ, ਆਪਣਾ ਇੱਕੋ ਦੋ ਲਾਈਨਾਂ ਦਾ ਸ਼ੇਅਰ ਸੀਗਾ ਜੀ ਕਿ ਉਹ ਇਸੇ ਗੱਲ ਤੇ ਕਿਹੜੀ ਦਿਲਾਂ ਦੀ ਦੂਰੀ ਨਹੀਂ ਹੋਣੀ ਚਾਹੀਦੀ, ਕਿ ਉਹਦਾ ਸ਼ੇਅਰ ਸੀ ਕਿ ਕਲਾਵੇ ਵਿੱਚ ਲੈ ਕੇ ਵੀ ਉਹ ਲੱਗਿਆ ਓਪਰਾ ਮੈਨੂੰ, ਕਲਾਵੇ ਵਿੱਚ ਲੈ ਕੇ ਵੀ ਉਹ ਲੱਗਿਆ ਓਪਰਾ ਮੈਨੂੰ, ਸਮਰਪਿਤ ਹੋ ਕੇ ਵੀ ਉਸ ਨੂੰ ਹੈ ਕਹਿਣਾ ਆਪਣਾ ਮੁਸ਼ਕਿਲ। ਵਾਹ। ਸੋ ਤੁਹਾਡੀ ਗੱਲ ਸਹੀ ਹੈ ਕਿ ਜਿਹੜੀ ਦਿਲਾਂ ਦੀ ਦੂਰੀ ਨਹੀਂ ਹੋਣੀ ਚਾਹੀਦੀ, ਬਹੁਤ ਵੱਡੀ ਗੱਲ ਹੈ। ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਦਿਲਾਂ ਦੇ ਹੁੰਦੇ ਨੇ, ਇਹਨਾਂ ਤੇ ਕੋਈ ਮੋਹਰ ਲਾ ਦਿਓ ਤੇ ਰਿਸ਼ਤਾ ਨਹੀਂ ਬਣਦਾ, ਭਾਵੇਂ ਪਤੀ ਪਤਨੀ ਦਾ ਰਿਸ਼ਤਾ ਏ, ਭੈਣ ਭਰਾ ਦਾ ਵੀ ਏ, ਭਰਾ ਭਰਾ ਦਾ ਵੀ। ਅੱਜ ਕੱਲ ਤੇ ਇਹੋ ਜਿਹਾ ਜ਼ਮਾਨਾ ਆ ਗਿਆ ਕਿ ਭਰਾ ਭਰਾ ਦੀ ਵੀ ਜਾਨ ਲੈਣ ਨੂੰ ਤਿਆਰ ਹੋ ਗਿਆ, ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਿਲਕੁਲ ਸੱਤ ਪਰਾਇਆ ਤੁਹਾਡਾ ਕੋਈ ਇੰਨਾ ਤੁਹਾਡਾ ਆਪਣਾ ਬਣ ਜਾਂਦਾ ਹੈ। ਸੋ ਇਹ ਸਾਡੀਆਂ ਇਹੀ ਗੱਲਾਂ ਦੀ ਸ਼ਾਇਰੀ ਬਣਦੀ ਹੈ, ਇਹੀ ਗੱਲਾਂ ਦੇ ਜਜ਼ਬਾਤ ਹੁੰਦੇ ਨੇ, ਜਜ਼ਬਾਤਾਂ ਤੋਂ ਬਿਨਾਂ ਸ਼ਾਇਰੀ ਨਹੀਂ ਹੁੰਦੀ। ਸਹੀ ਗੱਲ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਤੇ ਇੱਕ ਵਾਰ ਫਿਰ ਮੈਂ ਦਰਸ਼ਕਾਂ ਨੂੰ ਦੱਸਦੀ ਜਾਵਾਂ ਕਿ ਸਾਡੇ ਨਾਲ ਰਾਜ ਲਾਲੀ ਬਟਾਲਾ ਜੀ ਸ਼ਾਮਲ ਨੇ ਸ਼ਿਕਾਗੋ ਤੋਂ। ਉਹਨਾਂ ਦੀ ਇਹ ਪਹਿਲੀ ਕਿਤਾਬ ਉਹਨਾਂ ਨੇ ਮੈਨੂੰ ਬੜੇ ਪਿਆਰ ਦੇ ਨਾਲ ਭੇਜੀ ਸੀਗੀ, ਤੇ ਹੁਣ ਦੂਸਰੀ ਕਿਤਾਬ ਇਹਨਾਂ ਦੀ ਜਿਹੜੀ ਹੈ ਸੂਰਜਾ ਵੇ ਸੂਰਜਾ ਤੁਹਾਡੇ ਇਹ ਰੂਬਰੂ ਕਰਨਗੇ, ਤੇ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਪੋਸਟ ਦੇ ਵਿੱਚ ਉਹ ਕਿਤਾਬ ਜ਼ਰੂਰ ਮਿਲ ਜਾਏਗੀ। ਪਰ ਅੱਜ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਕੁਝ ਨਾ ਕੁਝ ਨਵੀਂ ਕਿਤਾਬ ਦੇ ਵਿੱਚ ਨਵੇਂ ਸੁਨੇਹੇ ਜਿਹੜੇ ਲੈ ਕੇ ਆਏ ਹੋ, ਉਹ ਸਾਡੇ ਨਾਲ ਕੁਝ ਨਾ ਕੁਝ ਸਾਂਝਾ ਜ਼ਰੂਰ ਕਰੋ। ਹਾਂ ਬਿਲਕੁਲ ਰੂਪ ਜੀ, ਅਸਲ ਜਿਹੜੀ ਸੂਰਜਾ ਕਿਤਾਬ ਹੈ, ਜਿਵੇਂ ਤੁਸੀਂ ਅੱਗੇ ਕਿਹਾ ਕਿ ਉਹਦੇ ਚ ਉਹ ਵਿਸ਼ੇ ਨੇ ਜਿਹੜੇ ਵਿਸ਼ੇ ਅੱਜ ਤੱਕ ਸ਼ਾਇਦ ਛੋਏ ਨਹੀਂ ਗਏ ਮੇਰੇ ਖਿਆਲ ਨਾਲ ਆਪਣੇ ਸਾਹਿਤ ਵਿੱਚ, ਕਈ ਵਾਰੀ ਪੰਜਾਬੀ ਸਾਹਿਤ ਚ। ਜਿਵੇਂ ਉਹਦੇ ਚ ਇੱਕ ਨਜ਼ਮ ਆ ਦੇਵਦਾਸੀ ਆ, ਉਹਦੇ ਚ ਜਿਹੜੀ ਦੇਵਦਾਸੀ ਆ ਸਾਊਥ ਇੰਡੀਆ ਚ ਇੱਕ ਪ੍ਰਥਾ ਚੱਲਦੀ ਆ, ਉਹਦੀ ਗੱਲ ਕੀਤੀ ਆ। ਇੱਕ ਬੱਚੇ ਦੀ ਗੱਲ ਕੀਤੀ ਆ ਜਿਹਦਾ ਪਿਓ ਸ਼ਰਾਬੀਆਂ ਨੂੰ ਕੁੱਟਦਾ ਮਾਰਦਾ, ਠੀਕ ਹੈ ਨਾ। ਤੇ ਇਹਦੇ ਚ ਮਤਲਬ ਕਾਵੀ ਗੀਤ ਨੇ ਇੱਕ ਸਾਹਿਤਿਕ ਸੁਮੇਲ ਆ। ਤੇ ਇਸ ਕਿਤਾਬ ਚੋਂ ਤੁਹਾਡੇ ਨਾਲ ਇੱਕ ਕਾਫੀ ਲੰਬੀ ਕਵਿਤਾ ਦੀ, ਪਰ ਉਹਦੀ ਚੰਦ ਲਾਈਨਾਂ ਤੁਹਾਨੂੰ ਸਾਂਝੀ ਕਰਦਾ ਮੈਂ ਜੀ ਉਸ ਕਵਿਤਾ ਦੀ। ਤੇ ਉਹ ਵੀ ਸੀ ਕਿ ਇੱਕ ਕਹਾਣੀ ਨਿਤ ਮੇਰੇ ਵਿੱਚ ਜਨਮ ਲਵੇ, ਇੱਕ ਕਹਾਣੀ ਹੀ ਰੋਜ਼ ਹੀ ਅੰਦਰ ਮਰਦੀ ਹੈ, ਇੱਕ ਕਹਾਣੀ ਹੀ ਆਪਣਾ ਹਾਲ ਸੁਣਾ ਜਾਵੇ, ਇੱਕ ਕਹਾਣੀ ਹੀ ਕੁਝ ਵੀ ਕਹਿਣੋਂ ਡਰਦੀ ਹੈ, ਇੱਕ ਕਹਾਣੀ ਹੀ ਸੜਕਾਂ ਉੱਤੇ ਵਾਸ ਕਰੇ, ਇੱਕ ਕਹਾਣੀ ਹੀ ਸੋਫੇ ਤੇ ਵੀ ਠਰਦੀ ਹੈ, ਇੱਕ ਕਹਾਣੀ ਹੀ ਪਾਪਾ ਰੋਜ਼ ਸੁਣਾਉਂਦੇ ਨੇ, ਇੱਕ ਕਹਾਣੀ ਹੀ ਅੱਖਾਂ ਨੂੰ ਨਮ ਕਰਦੀ ਹੈ, ਇੱਕ ਕਹਾਣੀ ਹੀ ਸੂਰਜ ਚੰਦਾ ਧਰਤੀ ਦੀ, ਇੱਕ ਕਹਾਣੀ ਹੀ ਲਾਲੀ ਦਾ ਦਮ ਪਰਦੀ ਹੈ, ਇੱਕ ਕਹਾਣੀ ਨਿਤ ਮੇਰੇ ਵਿੱਚ ਜਨਮ ਲਵੇ, ਇੱਕ ਕਹਾਣੀ ਹੀ ਰੋਜ਼ ਹੀ ਅੰਦਰ ਮਰਦੀ ਹੈ। ਥੈਂਕ ਯੂ। ਕਿਆ ਬਾਤ ਹੈ, ਕਿਆ ਬਾਤ ਹੈ ਲਾਲੀ ਜੀ, ਕਿਆ ਬਾਤ ਹੈ। ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਮਤਲਬ ਇਸ ਦੀ ਪ੍ਰੇਜ਼ ਕਰ ਸਕਾਂ। ਕਿੰਨੇ ਸੋਹਣੇ ਢੰਗ ਦੇ ਨਾਲ ਤੁਸੀਂ ਜੀਵਨ ਦੇ ਅਲੱਗ-ਅਲੱਗ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਛੋਇਆ ਔਰ ਦੱਸਿਆ ਕਿ ਕਿਵੇਂ ਮਤਲਬ ਜ਼ਮੀਨ ਅਸਮਾਨ ਦਾ ਕਈ ਵਾਰੀ ਫਰਕ ਹੁੰਦਾ ਹੈ ਜ਼ਿੰਦਗੀਆਂ ਦੇ ਵਿੱਚ। ਤੇ ਕੋਈ ਬੰਦਾ ਇਹੋ ਜਿਹਾ ਵੀ ਹੁੰਦਾ ਹੈ ਕਿ ਸਾਰਾ ਕੁਝ ਹੀ ਕੋਲ ਹੁੰਦਾ ਤੇ ਤਾਂ ਵੀ ਰੋਂਦਾ ਹੈ, ਤੇ ਕੋਈ ਝੁੱਗੀ ਦੇ ਵਿੱਚ ਰਹਿ ਕੇ ਵੀ ਤੇ ਉਹ ਕਹਿੰਦਾ ਕਿ ਬੜੀ ਵਧੀਆ ਲਾਈਫ ਹੈ ਸਾਡੀ। ਸਾਡੇ ਸਾਹਮਣੇ ਚੀਜ਼ਾਂ ਹੁੰਦੀਆਂ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਧੀਆਂ ਦੇ ਬਾਰੇ ਵੀ ਗੱਲ ਕੀਤੀ ਹੈ ਇੱਕ ਗਜ਼ਲ ਦੇ ਵਿੱਚ, ਉਹ ਵੀ ਬੜੀਆਂ ਪਿਆਰੀਆਂ ਲਾਈਨਾਂ ਨੇ, ਜੇ ਯਾਦ ਹੋਣ ਤੇ ਉਹ ਵੀ ਦੋ ਕੁ ਲਾਈਨਾਂ ਸੁਣਾ ਦਿਓ ਸਾਨੂੰ। ਹਾਂਜੀ, ਬੇਸਿਕਲੀ ਇਹ ਸੀਗਾ ਕਿ ਮਤਲਬ ਅਸੀਂ ਜਦੋਂ ਧੀਆਂ ਦੀ ਗੱਲ ਕਰਦੇ ਹਾਂ, ਧੀਆਂ ਬਾਰੇ ਗੱਲ ਕਰਦੇ ਹਾਂ, ਇੱਕ ਮਨ ਚੋਂ ਇੱਕ ਸੰਵੇਦਨਾ ਨਿਕਲਦੀ ਹੈ ਕਿ ਸਾਡਾ ਫਰਜ਼ ਬਣਦਾ ਹੈ ਕਿ ਧੀਆਂ ਬਾਰੇ ਆਪਾਂ ਉਹਨਾਂ ਦਾ ਜਿਹੜਾ ਹੋਰ ਹਿੱਸਾ ਵੀ ਦੇਈਏ ਜੋ ਬਣਦਾ ਉਹਨਾਂ ਦਾ, ਠੀਕ ਹੈ ਨਾ, ਉਹਦੇ ਬਾਰੇ ਜੋ ਵੀ ਹੈ। ਤੇ ਉਹਦੇ ਚ ਏਦਾਂ ਸੀ ਕਿ ਆਪਣਾ ਕਿ ਉਹਦੀ ਇੱਕ ਲਾਈਨ ਇੱਕ ਤਰ੍ਹਾਂ ਸਾਂਝੀ ਕਰਦਾ। ਇਹ ਨਵੀਂ ਕਿਤਾਬ ਦੇ ਵਿੱਚ ਹੈ ਨਾ ਇਹ ਵਾਲੀ? ਹਾਂਜੀ, ਇਹ ਨਵੀਂ ਕਿਤਾਬ ਚੋਂ ਹੈ। ਹਾਂਜੀ, ਠੀਕ ਹੈ ਨਾ, ਕਿ ਸਾਡੇ ਦਿਲ ਦੀ ਧੜਕਣ ਤੇ ਜਿੰਦ ਜਾਨ ਨੇ ਧੀਆਂ, ਵਾਹ, ਸਾਡੇ ਦਿਲ ਦੀ ਧੜਕਣ ਤੇ ਜਿੰਦ ਜਾਨ ਨੇ ਧੀਆਂ, ਸਾਡੀ ਧਰਤੀ ਤੇ ਸਾਡਾ ਅਸਮਾਨ ਨੇ ਧੀਆਂ। ਵਾਹ, ਬਹੁਤ ਸੋ ਇਹ ਹੈ ਕਿ ਧੀਆਂ ਵਾਸਤੇ ਮੇਰੇ ਖਿਆਲ ਨਾਲ ਮੈਨੂੰ ਇੱਕ ਲੱਗਦਾ ਕਿ ਅਜੇ ਵੀ ਆਪਣੇ ਪੰਜਾਬੀਆਂ ਨੂੰ ਜਾਂ ਆਪਾਂ ਨੂੰ ਅਜੇ ਹੋਰ ਕਰਨ ਦੀ ਲੋੜ ਹੈਗੀ ਹੈ। ਮੈਨੂੰ ਲੱਗਦਾ ਅਜੇ ਵੀ ਆਪਾਂ ਅਸੀਂ ਉਸ ਮੁਕਾਮ ਤੇ ਪਹੁੰਚੇ ਨਹੀਂ ਜਿੱਥੇ ਪਹੁੰਚਣ ਦੀ ਲੋੜ ਹੈ ਜੀ। ਤੇ ਇਵੇਂ ਇਸ ਕਿਤਾਬ ਚੋਂ ਨਾ ਇੱਕ ਹੋਰ ਨਜ਼ਮ ਆ, ਉਹ ਦੇਵਦਾਸੀ ਉੱਤੇ ਆ, ਠੀਕ ਹੈ ਜੀ। ਤੇ ਉਹ ਦੇਵਦਾਸੀ ਬਾਰੇ ਇੱਕ ਪ੍ਰਥਾ ਆ ਆਪਣੇ ਸਾਊਥ ਇੰਡੀਆ ਚ ਅਜੇ ਵੀ ਚੱਲਦੀ ਹੈ ਕਈ ਪਿੰਡਾਂ ਚ, ਕਿ ਛੋਟੀ ਬੱਚੀ ਨੂੰ ਇੱਕ ਜਿੱਦਾਂ ਕੋਈ
ਧਰਮ ਨੂੰ ਦੇ ਦਿੰਦੇ ਆ, ਸੌਂਪ ਦਿੰਦੇ ਨੇ, ਕਿ ਉਹ ਅੱਛਾ ਜੀ। ਗਰੀਬੀ ਹੁੰਦੀ ਆ ਹਨਾ। ਤੇ ਉਹਦੇ ਚੋਂ ਜਿਹੜੀ ਕੁੜੀ ਆ ਉਹ ਇੱਕ ਫਰਿਆਦ ਕਰਦੀ ਆ, ਉਹਦੇ ਚ 2 ਲਾਈਨਾਂ ਨੇ ਕਿ ਉਹ ਗੱਲ ਕਰਦੀ ਆ ਕਿ ਉਹ ਕਹਿੰਦੀ ਹੈ ਕਿ ਜੈਸਾ ਮੈਂ ਕੌਣ, ਨਾ ਮੈਂ ਮੀਰਾ ਨਾ ਜਮਨਾ ਕਾਸੀ, ਇੱਕੋ ਨਾਮ ਹੰਡਾਇਆ ਬਸ ਦੇਵਦਾਸੀ। ਹੂੰ ਤੇ ਉਹਦੇ ਚੋਂ ਗੱਲ ਕਰਦੀ ਹੈ ਕਿ ਧਰਮਾਂ ਦੇ ਮੈਂ ਮੂੰਹ ਦੀ ਬੁਰਕੀ, ਹੂੰ ਧਰਮਾਂ ਦੇ ਮੈਂ ਮੂੰਹ ਦੀ ਬੁਰਕੀ, ਰਾਤੀ ਤਾਜ਼ੀ ਦਿਨ ਨੂੰ ਬਾਸੀ, ਜੈਸਾ ਮੈਂ ਕੌਣ ਮੈਂ ਦੇਵਦਾਸੀ। ਸੋ ਇਹ ਕਾਫੀ ਲੰਬੀ ਕਵਿਤਾ, ਇੱਕ ਉਹੀ ਇੱਕ ਸੁਨੇਹੇ ਆ ਵੀ ਜੋ ਵੀ ਆਪਾਂ ਦੇਖਦੇ ਆ ਆਪਣੇ ਆਲੇ ਦੁਆਲੇ ਚ ਸਮਾਜ ਚ, ਉਹਦੇ ਚ ਆਪਣੀ ਸਾਡੀ ਕਵਿਤਾ ਨਿਕਲਦੀ ਹੈ ਨਾ, ਆ ਜੀ। ਚੀਜ਼ ਹੈ ਰੂਪ ਜੀ। ਦੇਖੋ, ਜਿਹੜਾ ਸ਼ਾਇਰ ਹੁੰਦਾ ਹੈ, ਉਹਨੇ ਆਪਣੀ ਕਲਮ ਦੇ ਨਾਲ ਇੱਕ ਤਸਵੀਰ ਖਿੱਚਣੀ ਹੁੰਦੀ ਹੈ, ਔਰ ਜਿਹੜੀ ਇੱਕ ਤਾਂ ਹੁੰਦੀ ਅਸੀਂ ਆਮ ਗੱਲ ਕਰਦੇ ਹਾਂ, ਦੁੱਖ ਸੁੱਖ ਫੋਲਦੇ ਹਾਂ, ਉਹਨਾਂ ਗੱਲਾਂ ਦਾ ਓਨਾ ਅਸਰ ਨਹੀਂ ਹੁੰਦਾ ਜਿੰਨਾ ਇੱਕ ਗਜ਼ਲ ਦੇ ਸ਼ੇਅਰ ਜਿਹੜੇ ਨੇ ਉਹ ਤੁਹਾਡੇ ਦਿਲ ਦੇ ਉੱਪਰ ਅਸਰ ਕਰ ਜਾਂਦੇ ਨੇ। ਔਰ ਸ਼ਾਇਰ ਦੀ ਇਹੀ ਕਲਾ ਹੁੰਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਜੋ ਕੁਝ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਉਸ ਤਸਵੀਰ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ, ਤੇ ਉਹਦਾ ਅਸਰ ਕੀ ਹੁੰਦਾ ਹੈ। ਜਿਹੜੀ ਸ਼ਾਇਰੀ ਹੁੰਦੀ ਹੈ ਉਹਦਾ ਅਸਰ ਦਿਲ ਤੱਕ, ਦੂਰ ਤੱਕ ਜਾਂਦਾ ਹੈਗਾ। ਮੈਂ ਲਾਲੀ ਜੀ ਤੁਹਾਡੇ ਕੋਲੋਂ ਉਹ ਜਿਹੜੀਆਂ ਲਾਈਨਾਂ ਤੁਸੀਂ ਇੱਕ ਬੱਚੇ ਵੱਲੋਂ ਬਾਪ ਦੇ ਵਾਸਤੇ ਲਿਖੀਆਂ ਨੇ, ਉਹ ਵੀ ਮੈਂ ਜ਼ਰੂਰ ਤੁਹਾਨੂੰ ਕਵਾਂਗੀ ਕਿ ਸੁਣਾਓ। ਉਹਦਾ ਰੀਜ਼ਨ ਇਹ ਹੈਗਾ ਕਿ ਜਿਹੜੀ ਡੋਮੈਸਟਿਕ ਵਾਇਲੈਂਸ ਹੈ, ਆਪਾਂ ਉਹਦੇ ਬਾਰੇ ਜ਼ਿਆਦਾ ਗੱਲ ਕਰਨੀ ਪਸੰਦ ਨਹੀਂ ਕਰਦੇ, ਪਰ ਇਹ ਚੀਜ਼ ਇੱਕ ਸੱਚਾਈ ਹੈਗੀ ਹੈ ਕਿ ਮਤਲਬ ਬੱਚਿਆਂ ਦੇ ਉੱਪਰ ਹੱਥ ਕਈ ਪੇਰੈਂਟਸ ਚੁੱਕਦੇ ਨੇ, ਪਰ ਚਲੋ ਕਈ ਵਾਰੀ ਚੁੱਕਣਾ ਵੀ ਪੈਂਦਾ ਹੈ ਬੱਚਿਆਂ ਦੇ ਉੱਪਰ। ਸਾਡੇ ਸਮਾਜ ਦਾ ਉਹ ਵੀ ਇੱਕ ਹਿੱਸਾ ਰਿਹਾ ਹੈ ਕਿ ਕੰਨਾਂ ਦੇ ਉੱਪਰ ਲੱਗਦੀ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਜਦੋਂ ਕੋਈ ਗਲਤੀ ਕਰਦੇ ਸੀ। ਪਰ ਉਹ ਇੱਕ ਪਿਆਰ, ਕਹਿੰਦੇ ਨੇ ਨਾ ਮਾਂ-ਬਾਪ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਉਹ ਇੱਕ ਅਲੱਗ ਗੱਲ ਹੈ। ਜੋ ਤੁਸੀਂ ਇਹਦੇ ਵਿੱਚ ਤਸਵੀਰ ਪੇਸ਼ ਕੀਤੀ ਹੈ, ਮੈਂ ਚਾਹਾਂਗੀ ਕਿ ਉਹ ਸਾਡੇ ਨਾਲ ਤੁਸੀਂ ਜ਼ਰੂਰ ਸਾਂਝਾ ਕਰੋ, ਉਹਦੀ ਬੈਕਗ੍ਰਾਉਂਡ ਤੇ ਉਹ ਲਾਈਨਾਂ। ਹਾਂ ਜ਼ਰੂਰ। ਉਹਦੇ ਇੱਕ ਹੋਇਆ ਕੀ ਸੀ, ਆਪਣੇ ਪੰਜਾਬ ਦੀ ਗੱਲ ਕਰਦਾ, ਪਿੰਡਾਂ ਦੀ ਗੱਲ ਕਰਦਾ, ਕਿ ਕਿਸੇ ਦੀ ਛੋਟਾ ਬੱਚਾ ਸੀ 7-8 ਸਾਲ ਦਾ, ਤੇ ਉਹਦੀ ਮਾਂ ਨੂੰ ਛੱਡ ਕੇ ਚਲੀ ਗਈ ਸੀ ਕਿਤੇ, ਠੀਕ ਹੈ ਨਾ, ਕਿਉਂਕਿ ਉਹ ਪਰੇਸ਼ਾਨ ਸੀ ਉਹਦੇ ਫਾਦਰ ਤੋਂ, ਆਪਣੇ ਬਾਪ ਤੋਂ। ਜਿਹੜਾ ਬਾਪ ਸ਼ਰਾਬੀ ਕੁਆਬੀ ਸੀ ਬੇਸਿਕਲੀ, ਠੀਕ ਹੈ ਨਾ, ਵੀ ਉਹਨੇ ਸ਼ਰਾਬ ਪੀਣੀ ਰੋਜ਼, ਬੱਚਿਆਂ ਨੂੰ ਕੁੱਟਣਾ। ਤੇ ਉਸ ਬੱਚੇ ਦੀ ਜੋ ਮਨੋਦਿਸ਼ਾ ਸੀਗੀ, ਉਹਦੇ ਚੋਂ ਬੜੀ ਕਵਿਤਾ ਨੇ ਜਾਂ ਕਾਵਿਕ ਛੋਟਾ ਗੀਤ ਸੀ ਜਿਹਨੇ ਜਨਮ ਲਿਆ। ਤੇ ਤੁਸੀਂ ਇਹ ਚੀਜ਼ ਦੇਖੀ ਸੀਗੀ ਜਾਂ ਮਤਲਬ ਵੈਸੇ ਤੁਸੀਂ ਇਹਨੂੰ ਕਲਪਨਾ ਕਰਕੇ ਲਿਖਿਆ ਹੈਗਾ? ਨਹੀਂ, ਇਹ ਚੀਜ਼ ਦੇਖੀ ਸੀ ਅਸੀਂ, ਜਿਹੜਾ ਪਿੰਡਾਂ 'ਚ ਅਸੀਂ ਰਹੇ, ਜਿਹਦੇ ਪਿੰਡਾਂ 'ਚ ਕਾਫੀ ਕੁਝ ਦੇਖਿਆ ਆਪਣੀ ਅੱਖੀਂ ਜੋ ਕੁਛ ਹੁੰਦਾ, ਫਿਰ ਉਹ ਤੁਹਾਡੇ ਤੇ ਚੀਜ਼ ਬਹੁਤ ਅਸਰ ਕਰਦੀ ਹੈ ਉਹ ਚੀਜ਼। ਤੇ ਉਹ ਜਿਹੜਾ ਬੱਚਾ ਕਹਿੰਦਾ, ਬੱਚੇ ਦੀ ਉਸ ਜਿਹੜਾ ਕਾਵਿ ਗੀਤ ਆ, ਉਹਦੀਆਂ ਚੰਦ ਲਾਈਨਾਂ ਸੀਗੀਆਂ ਕਿ ਜੀ ਜ਼ਰੂਰ ਸੁਣਾਓ। ਨਿੱਕੇ ਨਿੱਕੇ ਹੱਥ ਮੇਰੇ, ਨਿੱਕੇ ਨਿੱਕੇ ਪੈਰ ਨੀ, ਕੀ ਕਰਾਂ ਅੰਮੀਏ ਤੂੰ ਦੱਸ, ਮੈਂ ਤੇਰੇ ਤੋਂ ਬਗੈਰ ਨੀ। ਇਹਦਾ ਇੱਕ ਪੈਰਾ ਕਿ ਬਾਪੂ ਨਿੱਤ ਕੁੱਟਦਾ ਹੈ, ਪੀ ਕੇ ਸ਼ਰਾਬ ਨੀ, ਜਿਸਮ ਤੇ ਪੈਂਦੀ ਮੇਰੇ ਨਿੱਤ ਨਵੀਂ ਲਾਸ ਨੀ, ਕਿਤੋਂ ਲੈ ਕੇ ਦੇ ਜਾ ਮੈਨੂੰ ਰੱਤੀ ਪਰ ਜ਼ਹਿਰ ਨੀ, ਕੀ ਕਰਾਂ ਅੰਮੀਏ ਮੈਂ ਦੱਸ, ਤੇਰੇ ਤੋਂ ਬਗੈਰ ਨੀ। ਨਿੱਕੇ ਨਿੱਕੇ ਹੱਥ ਮੇਰੇ, ਨਿੱਕੇ ਨਿੱਕੇ ਪੈਰ ਨੀ, ਕੀ ਕਰਾਂ ਅੰਮੀਏ ਤੂੰ ਦੱਸ, ਮੈਂ ਤੇਰੇ ਤੋਂ ਬਗੈਰ ਨੀ, ਮੈਂ ਤੇਰੇ ਤੋਂ ਬਗੈਰ ਨੀ, ਮੈਂ ਤੇਰੇ ਤੋਂ ਬਗੈਰ ਨੀ। ਬਹੁਤ ਥੈਂਕ ਯੂ ਰੂਪ ਜੀ। ਮੇਰੇ ਖਿਆਲ ਨਾਲ ਹਾਂ ਨਹੀਂ, ਮੇਰੇ ਖਿਆਲ ਹੈ ਕਿ ਅੱਜ ਉਸ ਬੱਚੇ ਨੂੰ ਹੋ ਸਕਦਾ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਮਨ ਨੂੰ ਸ਼ਾਂਤੀ ਮਿਲੀ ਹੋਏਗੀ ਕਿ ਮੇਰੀ ਗੱਲ ਕਿਸ ਨੇ ਕੀਤੀ। ਜੀ। ਔਰ ਇਸ ਤਰ੍ਹਾਂ ਦੇ ਕਈ ਬੱਚੇ ਹੈਗੇ ਨੇ, ਜਿਸ ਮਤਲਬ ਇਹ ਸਮਾਜ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ, ਇਹ ਆਪਾਂ ਜਿੰਨਾ ਮਰਜ਼ੀ ਕਹੀਏ ਕਿ ਨਹੀਂ ਹੈਗੀਆਂ, ਇਹ ਚੀਜ਼ਾਂ ਹੁੰਦੀਆਂ ਨੇ, ਅਸੀਂ ਦੇਖਦੇ ਹਾਂ। ਤੇ ਮਤਲਬ ਇਹਨਾਂ ਦੇ ਬਾਰੇ ਵੀ ਜਿਹੜੀ ਗੱਲ ਕਰਨੀ ਹੈ ਉਹ ਬਹੁਤ ਜ਼ਰੂਰੀ ਬਣਦੀ ਹੈਗੀ ਹੈ। ਬਿਲਕੁਲ। ਤੇ ਤੁਹਾਡੇ ਕੋਲ ਇਸ ਟਾਈਮ ਤੇ ਤੁਹਾਡੀ ਕਿਤਾਬ ਹੈ ਸੂਰਜਾ ਵੇ ਸੂਰਜਾ? ਅਸਲ 'ਚ ਮੈਂ ਤੁਸੀਂ ਵਧੀਆ ਕੀਤਾ, ਤੁਸੀਂ ਯਾਦ ਕਰਾ ਦਿੱਤਾ, ਤੇ ਮੈਂ ਯਤਨ ਕਰਦਾ ਕਿ ਤੁਹਾਨੂੰ ਹੋਰ ਨਹੀਂ ਕੁਛ ਤਾਂ ਕਿਤਾਬ ਦਾ ਮੇਰੇ ਕੋਲ ਇਸ ਟਾਈਮ ਕਿਤਾਬ ਪਹੁੰਚੀ ਨਹੀਂ, ਪਰ ਉਹਦਾ ਕਿਤਾਬ ਦਾ ਟਾਈਟਲ ਤੁਹਾਨੂੰ ਦਿਖਾ ਦੇਣਾ ਕਿਤਾਬ ਦਾ, ਕਿ ਜੀ ਆਹ ਕਿਤਾਬ ਦਾ ਟਾਈਟਲ ਹੈ ਸੂਰਜਾ ਵੇ ਸੂਰਜਾ। ਜੀ।
ਠੀਕ ਹੈ ਜੀ। ਦੇਖ ਲਓ, ਔਰ ਇਹ ਇਹ ਵੀ ਕਿਤਾਬ ਨਾਲ ਹੀ ਟੈਕਨੋਲੋਜੀ ਤੁਸੀਂ ਇੱਕਦਮ ਫੋਨ ਕੱਢ ਕੇ ਦਿਖਾ ਦਿੱਤਾ ਹੈ। ਹਾਂਜੀ, ਕਿਤਾਬ ਇਹ ਮੇਰੇ ਕੋਲ ਪਹੁੰਚੀ ਨਹੀਂ ਅਜੇ, ਕਹਿੰਦੇ ਡਿਊ ਟੂ ਕੋਵਿਡ-19 ਇਹ ਕਿਤਾਬ ਆਈ ਨਹੀਂ ਮੇਰੇ ਕੋਲ। ਜੀ ਤੇ ਜੀ। ਪਰ ਇਹ ਉਹਨਾਂ ਆਪਣਾ ਛਾਪੀ ਆ ਕੈਫੇ ਵਰਡ ਵਾਲਿਆਂ ਨੇ, ਅੱਛਾ। ਔਰ ਬਹੁਤ ਸੋਹਣਾ ਕੰਮ ਕਰ ਰਹੇ ਨੇ ਕੈਫੇ ਵਰਡ ਵਾਲੇ, ਔਰ ਵਧੀਆ ਕਿਤਾਬ ਇੱਕ ਛਵੀ ਆ। ਤੇ ਮੇਰਾ ਖਿਆਲ ਜਿਹੜੇ ਦਰਸ਼ਕ ਜਿਹੜਾ ਪਾਠਕ ਜਦੋਂ ਪੜ੍ਹਨਗੇ ਇਸ ਚੀਜ਼ ਨੂੰ ਜੀ, ਤੇ ਉਹ ਵਾਕਈ ਕਹਿਣਗੇ ਵੀ ਇਹਦੇ ਚ ਕੁਛ ਨਾ ਕੁਛ ਉਹਨਾਂ ਨੂੰ ਕੁਛ ਮਿਲਿਆ ਇਹਦੇ ਚ ਕੁਛ। ਸੋ ਜਦੋਂ ਤੁਸੀਂ ਮਤਲਬ ਕਿਹੜਾ ਵਕਤ ਹੁੰਦਾ ਜਦੋਂ ਤੁਸੀਂ ਲਿਖਦੇ ਹੋ? ਕਿ ਤੁਹਾਡਾ ਕੋਈ ਖਾਸ ਵਕਤ ਮੁਕਰਰ ਕਰਦੇ ਹੋ ਲਿਖਣ ਵਾਸਤੇ? ਜੀ ਇੱਕ ਤੁਹਾਡੀ ਗੱਲ ਤੋਂ ਫਿਰ ਮੈਨੂੰ ਸ਼ੇਰ ਯਾਦ ਆ ਗਿਆ, ਮੇਰੀ ਇੱਕ ਪ੍ਰੋਬਲਮ ਹੈ, ਸ਼ੇਰ ਯਾਦ ਆ ਜਾਂਦਾ ਮੈਨੂੰ। ਦੋ ਲਾਈਨਾਂ ਸੀਗੀਆਂ ਕਿ ਜਦੋਂ ਮੈਂ ਲਿਖ ਰਿਹਾ ਹੁੰਦਾ ਉਦੋਂ ਕੁਝ ਹੋਰ ਹੁੰਦਾ, ਹਾਂ। ਜਦੋਂ ਮੈਂ ਲਿਖ ਰਿਹਾ ਹੁੰਦਾ ਉਦੋਂ ਕੁਝ ਹੋਰ ਹੁੰਦਾ ਹਾਂ, ਅਗੇਤੀ ਤੇ ਪਛੇਤੀ ਸਾਧ ਜਾਂ ਫਿਰ ਚੋਰ ਹੁੰਦਾ। ਸੋ ਗੱਲ ਇਹ ਕਿ ਮੇਰੇ ਖਿਆਲ ਆਪਾਂ ਕੋਈ ਇੱਕ ਜ਼ਿੰਦਗੀ ਜੀਨੇ ਆਪਣੀ ਜਿਹੜੀ ਆਪਣੀ ਮਟੀਰੀਅਲਿਸਟ ਵਰਡ ਜਿੰਨੇ ਆਪਾਂ ਇੱਕ ਜ਼ਿੰਦਗੀ ਜਿੰਨੀ ਆਪਣੀ ਸ਼ਾਇਰੀ ਵਾਲੀ ਆ। ਤੇ ਕਈ ਵਾਰੀ ਏਦਾਂ ਹੁੰਦਾ ਰਾਤੀ ਉੱਠ ਕੇ ਜਿਹੜਾ ਮੇਰਾ ਸ਼ੇਰ ਮੈਨੂੰ ਤੰਗ ਕਰਦਾ ਆ, ਤੇ ਰਾਤੀ 1 ਵਜੇ ਉੱਠ 2 ਵਜੇ ਉੱਠ, ਉਹਦਾ ਕੋਈ ਸਮਾਂ ਕੋਈ ਨਿਸ਼ਚਿਤ ਨਹੀਂ ਉਸ ਚੀਜ਼ ਦਾ। ਤੇ ਪਰ ਇਹ ਹੁੰਦਾ ਕਿ ਜੋ ਵੀ ਲਿਖਿਆ ਜਾਵੇ, ਜੋ ਵੀ ਕੀਤਾ ਜਾਵੇ, ਤੇ ਮਿਹਨਤ ਪੂਰੀ ਕੀਤੀ ਜਾਵੇ, ਇਹ ਜ਼ਰੂਰ ਹੁੰਦਾ ਆਪਣੇ ਮਨ 'ਚ। ਵੈਸੇ ਇਹ ਮੈਂ ਗੱਲ ਬੜੇ ਸ਼ਾਇਰਾਂ ਦੇ ਕੋਲੋਂ ਹੋਰਾਂ ਕੋਲ ਵੀ ਸੁਣੀ ਹੈ, ਜਿਨ੍ਹਾਂ ਨੂੰ ਨੀਂਦ ਪਿਆਰੀ ਹੈ ਉਹ ਸ਼ਾਇਰ ਨਹੀਂ ਹੋ ਸਕਦੇ। ਇਹ ਸ਼ਾਇਰ ਬਣਨ ਵਾਸਤੇ ਤੁਹਾਨੂੰ ਆਪਣੀ ਨੀਂਦ ਜਿਹੜੀ ਹੈ ਛੱਡਣੀ ਪੈਂਦੀ ਹੈ, ਕਿਉਂਕਿ ਸ਼ਾਇਰੀ ਜਦੋਂ ਨੀਂਦ ਆਉਂਦੀ ਹੈ ਉਹ ਸ਼ਾਇਰੀ ਵੀ ਉਦੋਂ ਹੀ ਆਉਂਦੀ ਹੈ। ਬਿਲਕੁਲ। ਔਰ ਤੁਸੀਂ ਇਹ ਦੇਖੋ ਰੂਬੀ, ਮੈਂ ਤੁਹਾਡੇ ਨਾਲ ਸੱਚੀ ਗੱਲ ਕਰ ਰਿਹਾ ਕਿ ਅੱਜ ਦੀ ਗੱਲ ਕਰ ਰਿਹਾ ਮੈਂ, ਅੱਜ ਪ੍ਰੋਗਰਾਮ ਸੀ, ਪਤਾ ਨਹੀਂ ਕੀ ਹੋਇਆ ਕਿ ਮੈਨੂੰ ਰਾਤੀ 2:30 ਵਜੇ ਜਾਗ ਆ ਗਈ ਜਾ ਕੇ। ਅੱਛਾ। ਤੇ ਮੈਂ 2:30 ਉੱਠ ਪਿਆ ਨਾ, ਮਤਲਬ ਇੱਕ ਹੁੰਦੀ ਤੁਹਾਨੂੰ ਕੀ ਕਹਿੰਦੇ ਆ ਵੀ ਇੱਕ ਤੁਹਾਡੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਜ਼ਿੰਮੇਵਾਰੀ ਬਣਦੀ ਹੈ। ਚਾਹੇ ਸਮੇਂ ਦੀ ਗੱਲ ਕਰੀਏ ਤਾਂ ਵਕਤ ਦੀ ਪਾਬੰਦੀ ਬਹੁਤ ਜ਼ਰੂਰੀ ਆ ਕਿਸੇ ਕੰਮ ਵਾਸਤੇ ਵੀ। ਤੇ ਉਹੀ ਗੱਲ ਹੈ ਕਿ ਕੁਝ ਪਤਾ ਨਹੀਂ ਕਦੋਂ ਜਿਹੜਾ ਸ਼ਾਇਰ ਮੈਂ ਤੁਹਾਡਾ ਉੱਠ ਪਏ, ਤੁਹਾਡਾ ਜਾਗ ਪਈ ਮਨ। ਸਹੀ ਗੱਲ ਹੈ, ਕਿਉਂਕਿ ਜਿਹੜਾ ਵਕਤ ਹੈਗਾ, ਵਕਤ ਦੇ ਜੇ ਅਸੀਂ ਖਿਆਲ ਨਹੀਂ ਰੱਖਾਂਗੇ, ਵਕਤ ਦੇ ਨਾਲ ਨਹੀਂ ਚੱਲਾਂਗੇ, ਵਕਤ ਦੀ ਨਜ਼ਾਕਤ ਨੂੰ ਨਹੀਂ ਸਮਝਾਂਗੇ, ਤਾਂ ਫਿਰ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਤਾਂ ਜ਼ਿੰਦਗੀ ਇੰਨੀ ਮਤਲਬ ਤੇਜ਼ ਹੈਗੀ ਹੈ, ਇਹਦੇ ਵਿੱਚ ਅਸੀਂ ਕਿਤੇ ਤੇ ਵਕਤ ਕਿਤੇ ਚਲਾ ਜਾਵੇਗਾ। ਲਾਲੀ ਜੀ, ਵਕਤ ਹੁਣ ਉਹੀ ਜਿਹੀ ਵਕਤ ਦੀ ਗੱਲ ਕਰ ਰਹੇ ਹਾਂ, 2 ਮਿੰਟ ਦਾ ਟਾਈਮ ਰਹਿ ਗਿਆ ਹੈਗਾ, ਤੇ ਮੈਂ ਤੁਹਾਡੇ ਨਾਲ ਵੈਸੇ ਗੱਲਾਂ ਬਹੁਤ ਜ਼ਿਆਦਾ ਕਰਨੀਆਂ ਸਨ, ਵਕਤ ਬੜਾ ਹੀ ਥੋੜਾ ਇੱਕਦਮ ਹੀ ਚਲਾ ਗਿਆ। ਮੈਂ ਤੁਹਾਡੇ ਤੋਂ ਕੋਈ ਸੁਨੇਹਾ ਲਾਣਾ ਚਾਹੁੰਦੀ ਹਾਂ, ਕਿਉਂਕਿ ਪੰਜਾਬੀ ਵਿਰਸਾ ਪ੍ਰੋਗਰਾਮ ਤੁਸੀਂ ਬੜੇ ਸਾਲਾਂ ਤੋਂ ਦੇਖਦੇ ਆਏ ਹੋ, ਆਪਣੇ USA ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਤੁਹਾਡੇ ਦੋਸਤ ਮਿੱਤਰ ਵੀ ਦੇਖਦੇ ਨੇ। ਮੈਂ ਚਾਹੁੰਦੀ ਹਾਂ ਕਿ ਕੋਈ ਤੁਸੀਂ ਸੁਨੇਹਾ ਦਿਓ ਸਾਰਿਆਂ ਨੂੰ। ਮੇਰੇ ਖਿਆਲ ਨਾਲ ਰੂਪ ਜੀ, ਮੇਰਾ ਇੱਕ ਖਾਸ ਸੁਨੇਹਾ ਪੰਜਾਬੀ ਵਿਰਸਾ ਪ੍ਰੋਗਰਾਮ ਵਾਸਤੇ, ਰੂਪ ਜੀ ਵਾਸਤੇ, ਔਰ ਅਕਾਲ ਚੈਨਲ ਵਾਸਤੇ, ਔਰ ਦਰਸ਼ਕਾਂ ਨੂੰ ਮੇਰਾ ਇੱਕ ਗੁਜ਼ਾਰਿਸ਼ ਹੈ ਕਿ ਪਲੀਜ਼ ਜਿੰਨੇ ਵੀ ਸਾਹਿਤਕ ਜਾਂ ਜਿੰਨੇ ਇੱਕ ਵਧੀਆ ਪ੍ਰੋਗਰਾਮ ਹੈ ਜਿਵੇਂ ਪੰਜਾਬੀ ਵਿਰਸਾ, ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਆ ਵੱਧ ਤੋਂ ਵੱਧ। ਇਹ ਤੁਹਾਨੂੰ ਗੁਜ਼ਾਰਿਸ਼ ਹੈ ਮੇਰੀ, ਕਿਉਂ ਜਦ ਤੱਕ ਅਸੀਂ ਚੰਗੀ ਚੀਜ਼ ਨੂੰ ਪ੍ਰਮੋਟ ਨਹੀਂ ਕਰਾਂਗੇ, ਤੁਹਾਡੀ ਮਾੜੀ ਚੀਜ਼ਾਂ ਆਪਣੇ ਪਿੱਛੇ ਹੋ ਜਾਣਗੀਆਂ ਆਪਣੇ ਵੀ। ਸੋ ਮੇਰਾ ਇੰਨਾ ਜ਼ਰੂਰ ਸੁਨੇਹਾ ਕਿ ਪਲੀਜ਼ ਇਸ ਪ੍ਰੋਗਰਾਮ ਨੂੰ ਜਿੰਨਾ ਵੀ ਹੋ ਸਕਦਾ ਅੱਗੇ ਵੱਧ ਵੱਧ ਸ਼ੇਅਰ ਕਰਿਓ। ਤੇ ਤੁਹਾਨੂੰ ਕੋਈ ਤੁਹਾਡੇ ਮਨ 'ਚ ਸਵਾਲ ਹੋਵੇ ਮੇਰੇ ਨਾਲ ਸਾਂਝੇ ਕਰ ਸਕਦੇ ਮੇਰੇ ਪ੍ਰੋਗਰਾਮ ਬਾਰੇ, ਜਾਂ ਕੋਈ ਗੱਲ ਹੋਵੇ ਤਾਂ। ਬਹੁਤ ਬਹੁਤ ਸ਼ੁਕਰੀਆ ਅਕਾਲ ਚੈਨਲ ਦਾ। ਥੈਂਕ ਯੂ ਰੋਜ, ਥੈਂਕ ਯੂ ਸੋ ਮਚ। ਥੈਂਕ ਯੂ। ਇਹ ਸਾਂਝੀ ਰਾਜ ਲਾਲੀ ਬਟਾਲਾ ਜੀ ਫਰੋਮ ਸ਼ਿਕਾਗੋ USA, ਜੋ ਕਿ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਸਨ, ਆਪਣੀ ਨਵੀਂ ਕਿਤਾਬ ਦੀ ਗੱਲ ਕਰਕੇ ਗਏ ਨੇ, ਸੂਰਜਾ ਵੇ ਸੂਰਜਾ। ਤੇ ਇਸ ਤੋਂ ਇਲਾਵਾ ਸਾਡੇ ਨਾਲ ਆਪਣੀ ਸ਼ੇਰੋ ਸ਼ਾਇਰੀ ਜਿਹੜੀ ਹੈ, ਗਜ਼ਲਾਂ, ਆਪਣੇ ਸ਼ੇਅਰ ਸਾਡੇ ਨਾਲ ਸਾਂਝੇ ਕੀਤੇ ਨੇ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਲਾਲੀ ਜੀ। ਜਿਉਂਦੇ ਰਹੋ ਔਰ ਇਸੇ ਤਰ੍ਹਾਂ ਹੀ ਲਿਖਦੇ ਰਹੋ, ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾਉਂਦੇ ਰਹੋ। ਤੇ ਬਾਕੀ ਪੰਜਾਬੀ ਵਿਰਸਾ ਦੇ ਦਰਸ਼ਕਾਂ ਤੋਂ ਹੁਣ ਮੇਰੇ ਇਜਾਜ਼ਤ ਲੈਣ ਦਾ ਟਾਈਮ ਆ ਗਿਆ। ਅਗਲੇ ਹਫਤੇ ਫਿਰ ਇੱਕ ਮਹਿਮਾਨ ਦੇ ਨਾਲ, 1 ਜਾਂ 2 ਮਹਿਮਾਨ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਬਣ ਕੇ ਆਉਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਅਕਾਲ ਚੈਨਲ ਦੇ ਮੇਨ ਨੰਬਰ ਦੇ ਉੱਪਰ ਤੁਸੀਂ ਰਾਬਤਾ ਕਰ ਸਕਦੇ ਹੋ। ਤੇ ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਜਿਹੜੇ ਨੇ ਨਾ ਬੱਚੇ, ਸਾਡੇ ਯੰਗ ਪੀਪਲ ਨੇ, ਉਹਨਾਂ ਨੂੰ ਵੀ ਮੈਂ ਇਸ ਪ੍ਰੋਗਰਾਮ 'ਚ ਸ਼ਾਮਲ ਕਰਨਾ ਚਾਹਾਂਗੀ। ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਟੈਲੈਂਟ ਹੈ, ਉਹ ਕੋਈ ਮਿਊਜ਼ਿਕ ਦੇ ਵਿੱਚ ਨੇ, ਜਾਂ ਉਹਨਾਂ ਨੂੰ ਗਾਉਣਾ ਆਉਂਦਾ ਹੈ, ਜਾਂ ਉਹਨਾਂ ਦੇ ਵਿੱਚ ਕੋਈ ਹੋਰ ਟੈਲੈਂਟ ਹੈ, ਤਾਂ ਪਲੀਜ਼ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਓ, ਆ ਕੇ ਬਾਕੀਆਂ ਨੂੰ ਵੀ ਅਸੀਂ ਦੱਸੀਏ। ਕਿਉਂਕਿ ਜਿਹੜਾ ਇਹ ਨੈਗੇਟਿਵ ਮਾਹੌਲ ਬਾਹਰ ਚੱਲ ਰਿਹਾ ਹੈ, ਅਸੀਂ ਕੋਈ ਨਾ ਕੋਈ ਪੋਜ਼ਿਟਿਵ ਸੁਨੇਹਾ ਇਸ ਪ੍ਰੋਗਰਾਮ ਦੇ ਵਿੱਚ ਦੇਣਾ ਹੈ। ਕਿਉਂਕਿ ਜ਼ਿੰਦਗੀ ਜਿਹੜੀ ਹੈ ਇਹ ਚੱਲਦੀ ਰਹਿੰਦੀ ਹੈ, ਔਰ ਜਿਹੜੀ ਜ਼ਿੰਦਗੀ ਹੈ, ਜ਼ਿੰਦਾ ਦਿਲ ਦਾ ਨਾਮ ਹੈ। ਕਦੀ ਵੀ ਰੋ ਕੇ ਬੈਠ ਕੇ ਬੰਦਾ ਜ਼ਿੰਦਗੀ ਨਹੀਂ ਕੱਟ ਸਕਦਾ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਸਟੇ ਸੇਫ। ਆਪਣੇ ਹੱਥ ਧੋਈ ਜਾਵੋ, ਲੋਕਾਂ ਦੇ ਕੋਲੋਂ ਥੋੜਾ ਦੂਰ ਰਹੋ, ਦਿਲ ਦੀਆਂ ਨਜ਼ਦੀਕੀਆਂ ਬਣਾ ਕੇ ਰੱਖੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। बोल